ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਚੱਕਰ ਚਿਹਨ ਅਰ ਬਰਨ ਜਾਤਿ ਅਰ ਪਾਤ ਨਹਿਨ ਜੇਹ ਅਰੂਪ ਰੰਗ ਅਰ ਰੇਖ ਭੇਖ ਕੋ ਕਹਿ ਨ ਸਕਤ ਕੇਹ। ਅਚਲ ਮੂਰਤ ਅਨੁਭਵ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਾਹੇ ਸਾਹਾਨ ਗਣਿਜੈ। ਤ੍ਰਿਭੁਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬੰਤਰਣ ਕਹਿਤ। ਤੈ ਸਰਬ ਨਾਮ ਕਥੈ ਕਵਨ ਕਰਮ ਨਾਮ ਵਰਣਤ ਸੁਮਤ। ਕਹਾਂ ਬੁੱਧ ਪ੍ਰਭ ਤੋਸ਼ ਹਮਾਰੀ ਵਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ। ਮੂਹ ਕੀ ਉਚਰੈ ਸਾਸਤਰ ਖਾਟ ਪਿੰਗ ਗਿਰਨ ਚੜ ਜਾਏ। ਅੰਧ ਲਖੈ ਭਦਰੂ ਸੁਣੈ ਜੋ ਕਾਲ ਕਿਰਪਾ ਕਰਾਏ। ਜੇਤਾ ਸਮੁੰਦ ਸਾਗਰ ਨੀਰ ਭਰਿਆ ਤਿਤੇ ਔਗਣ ਹਮਾਰੇ। ਦਇਆ ਕਰਹੁ ਕਿਛ ਮਿਹਰ ਉਪਾਵੋ ਡੁਬਦੇ ਪੱਥਰ ਤਾਰੇ। ਡੰਡਾਉਤ ਬੰਦਨਨ ਕਬਾਰ ਸਰਬ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਤੀਜਾ। ਜਿਨ ਕਉ ਸਤਿਗੁਰ ਭੇਟਿਆ ਸੇ ਹਰ ਕੀਰਤ ਸਦਾ ਕਮਾਹੇ। ਅਚਿੰਤ ਹਰ ਨਾਮ ਤਿਨ ਕੈ ਮਨ ਵਸਿਆ ਸੱਚਾ ਸ਼ਬਦ ਸਮਾਹੇ। ਜਿਨ ਕਉ ਸਤਿਗੁਰ ਭੇਟਿਆ ਸੇ ਹਰ ਕੀਰਤ ਸਦਾ ਕਮਾਹੇ। ਅਚਿੰਤ ਹਰ ਨਾਮ ਤਿਨ ਕੈ ਮਨ ਵਸਿਆ ਸੱਚਾ ਸ਼ਬਦ ਸਮਾਹੇ। ਕੋਲ ਉਧਾਰ ਹੈ ਆਪਣਾ ਮੂਖ ਪਦਵੀ ਆਪੇ ਪਾਹੇ। ਪਾਰ ਬ੍ਰਹਮ ਤਿਨ ਕਉ ਸੰਤੁਸ਼ਟ ਭਇਆ ਜੋ ਗੁਰ ਚਰਨੀ ਜਨ ਪਾਹੇ। ਜਨ ਨਾਨਕ ਹਰਿ ਕਾ ਦਾਸ ਹੈ ਕਰ ਕਿਰਪਾ ਹਰਿ ਲਾਜ ਰਖਾਹੇ। ਮਹੱਲਾ ਤੀਜਾ। ਹਉਮੈ ਅੰਦਰ ਖੜਕ ਹੈ ਖੜਕੇ ਖੜਕ ਵਿਹਾਏ। ਹਉਮੈ ਵੱਡਾ ਰੋਗ ਹੈ ਮਰ ਜੰਮੈ ਆਵੈ ਜਾਏ। ਜਿਨ ਕਉ ਪੂਰਬ ਲਿਖਿਆ ਤਿਨ ਸਤਿਗੁਰ ਮਿਲਿਆ ਪ੍ਰਭ ਆਏ। ਨਾਨਕ ਗੁਰ ਪ੍ਰਸਾਦੀ ਉਬਰੇ ਹਉਮੈ ਸ਼ਬਦ ਜਲਾਏ। ਪੌੜੀ। ਹਰ ਨਾਮ ਹਮਾਰਾ ਪ੍ਰਭ ਅਵਗਤ ਅਗੋਚਰ ਅਵਨਾਸੀ ਪੁਰਖ ਵਿਧਾਤਾ। ਹਰ ਨਾਮ ਹਮ ਸਰੇਵ ਹੈ ਹਰ ਨਾਮ ਹਮ ਪੂਜੈ। ਹਰ ਨਾਮੇ ਹੀ ਮਨ ਰਾਤਾ ਹਰ ਨਾਮੈ ਜੀਵੜ ਕੋਈ ਅਵਰ ਨ ਸੂਝੈ। ਹਰ ਨਾਮੋ ਅੰਤ ਛਡਾਤਾ ਹਰ ਨਾਮ ਦੀਆ ਗੁਰ ਪਰ ਉਪਕਾਰੀ। ਧੰਨ ਧੰਨ ਗੁਰੂ ਕਾ ਪਿਤਾ ਮਾਤਾ। ਹਉ ਸਤਿਗੁਰ ਆਪਣੇ ਕਉ ਸਦਾ ਨਮਸਕਾਰੀ। ਜਿਤ ਮਿਲਿਆ ਹਰ ਨਾਮ ਮੈਂ ਜਾਤਾ।
ਪਰਉਪਕਾਰੀ। ਧੰਨ ਧੰਨ ਗੁਰੂ ਕਾ ਪਿਤਾ ਮਾਤਾ। ਹਉ ਸਤਿਗੁਰ ਆਪਣੇ ਕਉ ਸਦਾ ਨਮਸਕਾਰੀ। ਜਿਤ ਮਿਲਿਆ ਹਰ ਨਾਮ ਮੈਂ ਜਾਤਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਦਤ ਪਾਵਨ ਭਗਤ ਵਛਲ ਕਿਰਪਾ ਨਿਧਾਨ। ਮਿਹਰਾਂ ਦੇ ਖਜ਼ਾਨੇ ਜੋਤੀ ਸਰੂਪ ਗਰੀਬ ਨਵਾਜ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰਗੁਣ ਸਰੂਪ। ਜੁਗੋ ਜੋਗਾ ਟਲ ਚਵਰ ਛਤਰ ਤਖਤ ਦੇ ਮਾਲਕ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਖਾਲਸਾ ਸਾਧ ਸੰਗਤ ਜੀ, ਮਹਾਰਾਜ ਜੀ ਦੀ ਅਪਾਰ ਕਿਰਪਾਲਤਾ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਗੁਰੂ ਕੀਆਂ ਸੰਗਤਾਂ ਗੁਰੂ ਸਾਹਿਬ ਜੀ ਦੇ ਪਾਵਨ ਪਿੱਤਰ ਦਰਬਾਰ ਦੀ ਹਾਜ਼ਰੀ ਭਰ ਕੇ ਆਨੰਦ ਲੈ ਰਹੀਆਂ ਹਨ। ਆਸਾ ਜੀ ਦੀ ਵਾਰ ਦਾ ਕੀਰਤਨ ਆਪ ਜੀ ਨੇ ਸਰਵਣ ਕੀਤਾ ਹੈ। ਉਪਰੰਤ ਲੜੀਵਾਰ ਗੁਰੂ ਕੀ ਬਾਣੀ ਦੀ ਕਥਾ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਿੱਤਰ ਸ਼ਲੋਕ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਆਂ ਉਚਾਰਨ ਕੀਤੀਆਂ ਹੋਈਆਂ ਪੌੜੀਆਂ ਦੀ ਵਿਚਾਰ ਆਪਾਂ ਕਰਦੇ ਹਾਂ। ਜਿਵੇਂ ਮਹਾਰਾਜ ਕਿਰਪਾ ਕਰਦੇ ਹਨ, ਆਓ ਮਨ ਚਿੱਤ ਬਿਰਤੀਆਂ ਦੀ ਇਕਾਗਰਤਾ ਬਣਾਈਏ। ਗੁਰੂ ਸਾਹਿਬ ਜੀ ਦਾ ਪਾਵਨ ਪਵਿੱਤਰ ਉਪਦੇਸ਼ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ ਜੀ। ਹਜ਼ੂਰ ਨੇ ਕਿਰਪਾ ਕੀਤੀ। ਸ਼ਲੋਕ ਮਹੱਲਾ ਤੀਜਾ। ਜਿਨ ਕਉ ਸਤਿਗੁਰ ਭੇਟਿਆ ਸੇ ਹਰ ਕੀਰਤ ਸਦਾ ਕਮਾਹੇ। ਜਿਨ੍ਹਾਂ ਨੂੰ ਗੁਰੂ ਸਾਹਿਬ ਜੀ ਦਾ ਮਿਲਾਪ ਹੋਇਆ, ਭੇਟਿਆ ਦਾ ਅਰਥ ਹੁੰਦਾ ਮਿਲਣਾ। ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ, ਹਸੰਦਿਆਂ ਖਲੰਦਿਆਂ ਪੈਨੰਦਿਆਂ ਖਵੰਦਿਆਂ ਵਿੱਚੇ ਹੋਵੇ ਮੁਕਤ। ਜਿਨ੍ਹਾਂ ਦਾ ਮਿਲਾਪ ਪੂਰੇ ਗੁਰੂ ਸਾਹਿਬ ਨਾਲ ਹੁੰਦਾ, ਪਰਿਵਾਰਕ ਜੀਵਨ ਜੀਉਂਦਿਆਂ ਹੋਇਆਂ ਵੀ ਸਾਧ ਸੰਗਤ ਜੀ ਉਹਨਾਂ ਦੀ ਬੰਧਨਾਂ ਤੋਂ ਖਲਾਸੀ ਹੋ ਜਾਂਦੀ। ਜਿਨ ਕਉ ਸਤਿਗੁਰ ਭੇਟਿਆ ਸੇ ਹਰ ਕੀਰਤ ਸਦਾ ਕਮਾਹੇ। ਕਹਿੰਦੇ ਜਿਨ੍ਹਾਂ ਨੂੰ ਗੁਰੂ ਸਾਹਿਬ ਨਾਲ ਮਿਲਾਪ ਹੋ ਜਾਂਦਾ, ਜਿਨ੍ਹਾਂ ਦਾ, ਉਹਨਾਂ ਗੁਰਮੁਖਾਂ ਦੀ ਇਹ ਨਿਸ਼ਾਨੀ ਉਹਨਾਂ ਦੀ ਜੀਵਨ ਜਾਚ ਫਿਰ ਐਸੀ ਹੋ ਜਾਂਦੀ, ਉਹ ਹਰੀ ਦੀ ਕੀਰਤੀ ਸਦਾ ਕਰਦੇ ਰਹਿੰਦੇ। ਸਦਾ ਸੇ ਹਰ ਕੀਰਤ ਸਦਾ ਕਮਾਹੇ, ਭਾਵ ਦਿਨੇ ਰਾਤ ਇੱਕ ਰਸ ਉਹਨਾਂ ਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਦੀ ਯਾਦ ਚੱਲਦੀ ਰਹਿੰਦੀ। ਜਿਵੇਂ ਮਹਾਰਾਜ ਨੇ ਬਚਨ ਕੀਤੇ ਨੇ, ਰਵਿਦਾਸ ਚਮਾਰ ਉਸਤਤ ਕਰੇ ਹਰ ਕੀਰਤ ਨਿਮਖ ਇੱਕ ਗਾਏ। ਕਹਿੰਦੇ ਲੋਕ ਭਗਤ ਰਵਿਦਾਸ ਜੀ ਨੂੰ ਚਮਾਰ ਕਹਿੰਦੇ ਨੇ, ਪਰ ਉਹ ਇੱਕ ਨਿਮਖ ਮਾਤਰ ਦਾ ਸਮਾਂ ਵੀ ਹਰੀ ਦੀ ਕੀਰਤੀ ਤੋਂ ਬਿਨਾਂ ਖਾਲੀ ਨਹੀਂ ਜਾਣ ਦਿੰਦੇ। ਹਰ ਸਮੇਂ ਅਕਾਲ ਪੁਰਖ ਵਾਹਿਗੁਰੂ ਨੂੰ ਚੇਤੇ ਕਰਦੇ ਨੇ, ਜਿਸ ਕਰਕੇ ਪਤਤ ਜਾਤ ਉੱਤਮ ਭਇਆ ਚਾਰ ਵਰਨ ਪਏ ਪਗ ਆਏ। ਕਹਿੰਦੇ ਉਹ ਜਿਹਨੂੰ ਨਖਿੱਧ ਜਾਤ ਕਹਿੰਦੇ ਸੀ, ਅਪਵਿੱਤਰ ਜਾਤ, ਸ਼ੂਦਰ ਮੰਨਿਆ ਜਾਂਦਾ ਸੀ, ਨੀਵੀਂ ਜਾਤ ਕਹਿੰਦੇ ਸੀ, ਕਹਿੰਦੇ ਉੱਤਮ ਹੋਏ, ਸ੍ਰੇਸ਼ਟ ਬ੍ਰਹਮ ਗਿਆਨੀ ਹੋਏ। ਚਾਰੇ ਵਰਨ ਉਹਨਾਂ ਕੋਲੋਂ ਆਣ ਕੇ ਫਿਰ ਉਪਦੇਸ਼ ਸੁਣਦੇ ਸਨ। ਪਰ ਇਹ ਸਾਰੀ ਬਰਕਤ ਤੇ ਸਾਰੀ ਬਖਸ਼ਿਸ਼ ਉਸ ਨਾਮ ਦੀ ਸੀ, ਜਿਸ ਨਾਮ ਤੋਂ ਬਿਨਾਂ ਇੱਕ ਛਿਣ ਮਾਤਰ ਦਾ ਸਮਾਂ ਵੀ ਭਗਤ ਰਵਿਦਾਸ ਜੀ ਖਾਲੀ ਨਹੀਂ ਸੀ ਜਾਣ ਦਿੰਦੇ। ਇੱਥੇ ਹੁਣ ਮਹਾਰਾਜ ਤੀਸਰੇ ਪਾਤਸ਼ਾਹ ਜੀ ਨੇ ਅੱਜ ਸ਼ਬਦ ਦੀ, ਅੱਜ ਸ਼ਲੋਕ ਦੀ ਪ੍ਰਾਰੰਭਤਾ ਇੱਥੋਂ ਕੀਤੀ। ਜਿਨ ਕਉ ਸਤਿਗੁਰ ਭੇਟਿਆ, ਜਿਨ੍ਹਾਂ ਨੂੰ ਗੁਰੂ ਸਾਹਿਬ ਜੀ ਮਿਲ ਪੈਂਦੇ ਨੇ, ਜਿਨ੍ਹਾਂ ਦਾ ਮਿਲਾਪ ਹੁੰਦਾ ਮਹਾਰਾਜ ਨਾਲ। ਹੁਣ ਮਿਲਾਪ ਦੀ ਨਿਸ਼ਾਨੀ ਮਾਰ ਕਹਿੰਦੇ ਮਿਲਿਆ ਮਿਲਿਆ ਨਾ ਮਿਲਿਆ, ਮਿਲਿਆ ਮਿਲਿਆ ਜੇ ਹੋਏ, ਅੰਤਰਾਤਮਾ ਜੋ ਮਿਲਿਆ ਮਿਲਿਆ ਕਹੀਐ ਸੋਏ। ਕਹਿੰਦੇ ਬਾਹਰੀ ਮਿਲਾਪ ਕਈ ਵਾਰ ਸਿਰਫ ਰਸਮੀ ਜਿਹਾ ਹੁੰਦਾ, ਹਾਲਾਂਕਿ ਉਹਦਾ ਵੀ ਫਲ ਹੈ, ਪਰ ਕਈ ਵਾਰ ਸਿਰਫ ਉਹ ਰਸਮੀ ਰਹਿ ਜਾਂਦਾ। ਅਸਲ ਵਿੱਚ ਮਿਲਾਪ ਹੈ ਜਿਹੜਾ ਅੰਤਰਾਤਮੇ ਗੁਰੂ ਸਾਹਿਬ ਜੀ ਦੇ ਨਾਲ ਇੱਕਮਿਕ ਹੋ ਜਾਏ। ਅੰਤਰਾਤਮੇ ਜਿਨ੍ਹਾਂ ਦੇ ਅੰਦਰ ਹਰ ਵੇਲੇ ਗੁਰੂ ਦੀ ਯਾਦ ਚੱਲਦੀ ਰਹੇ, ਸਮਝ ਲਓ ਵੀ ਇਹ ਮਿਲਿਆ। ਅੰਤਰਾਤਮਾ ਜੋ ਮਿਲਿਆ ਮਿਲਿਆ ਕਹੀਐ ਸੋਏ। ਕਹਿੰਦੇ ਉਹਨੂੰ ਮਿਲਿਆ ਕਹਿੰਦੇ ਆ ਜਿਹੜਾ ਅੰਦਰੋਂ ਐਉਂ ਜਾਣੇ ਵੀ ਗੁਰੂ ਸਾਹਿਬ ਸਦਾ ਅੰਗ ਸੰਗੇ ਅਪੰਗੰ ਵਿਭੂਤੇ। ਫਿਰ ਉਹਨਾਂ ਗੁਰਮੁਖਾਂ ਦੀ ਨਿਸ਼ਾਨੀ ਸੇ ਹਰ ਕੀਰਤ ਸਦਾ ਕਮਾਹੇ। ਕਹਿੰਦੇ ਉਹਨਾਂ ਦੇ ਅੰਦਰ ਹਰੀ ਦੀ ਕੀਰਤੀ ਸਦਾ ਚੱਲਦੀ ਰਹਿੰਦੀ। ਕੀਰਤ ਦਾ ਅਰਥ ਹੁੰਦਾ ਸਾਧ ਸੰਗਤ ਜੀ ਵਡਿਆਈ, ਸੋਭਾ, ਜਸ, ਗੁਣ ਗਾਉਣੇ।
ਉਹ ਫਿਰ ਹਰੀ ਦੀ ਕੀਰਤੀ ਸਦਾ ਕਰਦੇ ਰਹਿੰਦੇ ਨੇ। ਅਚਿੰਤ ਹਰ ਨਾਮ ਤਿਨ ਕੈ ਮਨ ਵਸਿਆ, ਕਹਿੰਦੇ ਸੁਤੇ ਸਿੱਧ ਉਹਨਾਂ ਦੇ ਹਿਰਦੇ ਚ ਆਣ ਕੇ ਨਾਮ ਵਸਿਆ ਹੁੰਦਾ। ਭਾਵ ਅਚਿੰਤਾ, ਚਿੰਤਾ ਕੀਤੇ ਤੋਂ ਬਿਨਾਂ ਕਿਸੇ ਫਿਕਰ ਤੋਂ, ਬਿਨਾਂ ਕਿਸੇ ਬਹੁਤੇ ਯਤਨ ਤੋਂ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਉਹਨਾਂ ਦੇ ਹਿਰਦੇ 'ਚ ਪ੍ਰਪੱਕ ਹੋ ਜਾਂਦਾ, ਵਸਦਾ। ਕਿਉਂਕਿ ਜਿਹੜੀ ਕੀਰਤੀ ਉਹਨਾਂ ਗਾਉਣੀ ਸ਼ੁਰੂ ਕੀਤੀ, ਇਹੀ ਮੁੱਖ ਸਾਧਨ ਸੀ ਪਰਮਾਤਮਾ ਦੀ ਪ੍ਰਾਪਤੀ ਦਾ, ਨਾਮ ਨੂੰ ਵਸਾਉਣ ਦਾ। ਉਹ ਕੀਰਤੀ ਕਰਦੇ ਰਹਿਣ ਕਰਕੇ ਕਹਿੰਦੇ ਬਿਨਾਂ ਫਿਕਰ ਤੋਂ, ਬਿਨਾਂ ਚਿੰਤਾ ਤੋਂ, ਸੁਤੇ ਸਿੱਧ ਸਹਿਜੇ ਹੀ ਉਹਨਾਂ ਦੇ ਹਿਰਦੇ 'ਚ ਨਾਮ ਦਾ ਵਾਸਾ ਹੋ ਗਿਆ। ਅਚਿੰਤ ਹਰ ਨਾਮ ਤਿਨ ਕੈ ਮਨ ਵਸਿਆ, ਸੱਚਾ ਸ਼ਬਦ ਸਮਾਹਿ। ਹਰ ਦੇ ਬਦਿਆ ਚਿੰਤ ਕੰਮ ਕਰੇ ਪ੍ਰਭ ਤਿਨ ਕੇ ਜਿਨ ਹਰ ਕਾ ਨਾਮ ਪਿਆਰਾ। ਜਿਹੜੇ ਹਰੀ ਦੇ ਨਾਮ ਨੂੰ ਪਿਆਰ ਕਰਨ ਵਾਲੇ ਗੁਰਮੁਖੋ ਬਿਨਾਂ ਫਿਕਰ ਤੋਂ ਪ੍ਰਮਾਤਮਾ ਹੀ ਕੰਮ ਕਰੀ ਜਾਂਦਾ ਉਹਨਾਂ ਦੇ ਸਾਰੇ। ਉਹਨਾਂ ਨੂੰ ਆਪਣੇ ਕੰਮ ਦੀ ਚਿੰਤਾ ਹੀ ਨਹੀਂ ਹੁੰਦੀ। ਇਵੇਂ ਹੀ ਜਿਹੜੇ ਸੁਤੇ ਸਿੱਧ ਪਰਮੇਸ਼ਰ ਦਾ ਨਾਮ ਜਪਣ ਲੱਗ ਪੈਂਦੇ ਨੇ, ਬਿਨਾਂ ਯਤਨ ਕੀਤੇ ਤੋਂ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਉਹਨਾਂ ਦੇ ਹਿਰਦੇ 'ਚ ਟਿਕਾਣਾ ਕਰਦਾ, ਵਸਦਾ, ਬਿਨਾਂ ਯਤਨ ਕੀਤੇ ਤੋਂ। ਕਈ ਵਾਰ ਆਪਾਂ ਇਕਾਗਰਤਾ ਚਿੱਤ ਦੀ ਬਣਾਉਣ ਲਈ ਯਤਨ ਕਰਦੇ ਹਾਂ, ਮਨ ਦੇ ਟਿਕਾਅ ਵਾਸਤੇ ਯਤਨ ਕੀਤੇ ਜਾਂਦੇ ਨੇ, ਪਰ ਸਿਆਣੇ ਵਿਦਵਾਨਾਂ ਦਾ ਇੱਕ ਬੜਾ ਸੋਹਣਾ ਪ੍ਰਮਾਣ ਹੈ। ਉਹ ਕਹਿੰਦੇ ਗੁਰਮੁਖੋ ਗੰਦੇ ਪਾਣੀ ਦੀ ਬਾਲਟੀ ਭਰੀ ਹੋਈ ਹੋਵੇ ਨਾ, ਤੇ ਉਹਨੂੰ ਗੰਦੇ ਪਾਣੀ ਦੀ ਭਰੀ ਬਾਲਟੀ ਨੂੰ ਤੁਸੀਂ ਟੂਟੀ ਥੱਲੇ ਖੜ ਕੇ ਰੱਖ ਦਿਓ ਤੇ ਉੱਪਰੋਂ ਟੂਟੀ ਖੋਲ ਦਿਓ, ਪਾਣੀ ਉਹਦੇ 'ਚ ਪੈਣ ਲੱਗ ਪਵੇਗਾ ਸਾਫ਼। ਕੋਈ ਯਤਨ ਨਾ ਕਰੋ, ਕੁਝ ਵੀ ਕਰਨ ਦੀ ਜ਼ਰੂਰਤ ਨਹੀਂ, ਸਿਰਫ ਉੱਪਰੋਂ ਪਾਣੀ ਛੱਡ ਕੇ ਆਪ ਚਲੇ ਜਾਓ। ਅੱਧੇ ਘੰਟੇ ਬਾਅਦ ਆਣ ਕੇ ਦੇਖੋਗੇ ਗੰਦਾ ਪਾਣੀ ਸਾਰਾ ਬਾਹਰ ਨਿਕਲ ਗਿਆ, ਉਹਦੇ ਵਿੱਚ ਹੁਣ ਨਿਰਮਲ ਜਲ ਹੈ। ਬਿਨਾਂ ਕੋਈ ਯਤਨ ਕੀਤੇ ਤੋਂ, ਸਿਰਫ ਇੰਨੀ ਖੇਚਲ ਕੀਤੀ ਭਈ ਉਹਨੂੰ ਟੂਟੀ ਥੱਲੇ ਰੱਖ ਕੇ ਉੱਪਰੋਂ ਨਲਕਾ ਚਲਾ ਦਿੱਤਾ, ਉੱਪਰੋਂ ਟੂਟੀ ਖੋਲ ਦਿੱਤੀ, ਬਸ। ਇਹ ਤੋਂ ਵੱਧ ਕੁਝ ਨਹੀਂ ਕਰਨ ਦੀ ਜ਼ਰੂਰਤ, ਕਿਉਂਕਿ ਨਿਰਮਲ ਜਲ ਉਹਦੇ 'ਚ ਆਣ ਕੇ ਪੈ ਰਿਹਾ ਸੀ। ਇਸ ਕਰਕੇ ਜਿਹੜਾ ਗੰਦਾ ਪਾਣੀ ਸੀ ਉਹਦੇ ਵਿਚਲਾ ਉਹ ਸੁਤੇ ਸਿੱਧ ਹੀ ਬਾਹਰ ਨਿਕਲ ਗਿਆ, ਉਹਦੀ ਥਾਂ ਤੇ ਨਵਾਂ ਇਕੱਠਾ ਹੋ ਗਿਆ, ਬਿਨਾਂ ਯਤਨ ਕੀਤੇ ਤੋਂ। ਇਸੇ ਤਰ੍ਹਾਂ ਗੁਰਮੁਖਾਂ ਦਾ ਇਹ ਕਥਨ ਹੈ, ਕਹਿੰਦੇ ਬਿਨਾਂ ਯਤਨ ਕੀਤੇ ਤੋਂ ਤੁਸੀਂ ਨਾਮ ਜਲ ਆਪਣੇ ਆਪ ਨੂੰ ਦੇਈ ਚੱਲੋ, ਬਿਨਾਂ ਕਿਸੇ ਖੇਚਲ ਤੋਂ ਮਨ ਦੀ ਜਿਹੜੀ ਸਾਰੀ ਮੈਲ ਨਿਕਲ ਜਾਏਗੀ, ਇਕਾਗਰਤਾ ਸੁਤੇ ਸਿੱਧ ਬਣਨੀ, ਬਿਨਾਂ ਕੋਈ ਖੇਚਲ ਕੀਤੇ। ਅਚਿੰਤ ਹਰ ਨਾਮ ਤਿਨ ਕੈ ਮਨ ਵਸਿਆ। ਅਚਿੰਤ ਦਾ ਅਰਥ ਹੈ ਬਿਨਾਂ ਖੇਚਲ ਕੀਤੇ ਤੋਂ, ਬਿਨਾਂ ਚਿੰਤਾ ਕੀਤੇ ਤੋਂ, ਆਪਣੇ ਆਪ ਸੁਤੇ ਸਿੱਧ ਪ੍ਰਮਾਤਮਾ ਦਾ ਨਾਮ ਅੰਦਰ ਵਸਿਆ। ਪਰ ਉਹਦੇ ਲਈ ਉੱਪਰ ਦੱਸ ਦਿੱਤਾ, ਸੇ ਹਰ ਕੀਰਤ ਸਦਾ ਕਮਾਹੀ। ਉਹ ਨਾਮ ਜਲ ਪਾਈ ਜਾਂਦੇ ਸੀ, ਰੋਜ਼ ਹਰੀ ਦੀ ਕੀਰਤੀ ਕਰੀ ਜਾਂਦੇ ਸੀ, ਬਹੁਤੀ ਖੇਚਲ ਕਰਨ ਦੀ ਲੋੜ ਨਹੀਂ ਪਈ, ਪਰਮੇਸ਼ਰ ਦਾ ਨਾਮ ਹਿਰਦੇ 'ਚ ਘਰ ਕਰ ਗਿਆ। ਅਚਿੰਤ ਹਰ ਨਾਮ ਤਿਨ ਕੈ ਮਨ ਵਸਿਆ, ਸੱਚਾ ਸ਼ਬਦ ਸਮਾਹਿ। ਕਹਿੰਦੇ ਫਿਰ ਸੱਚੇ ਅਕਾਲ ਪੁਰਖ ਵਾਹਿਗੁਰੂ ਦੇ ਸ਼ਬਦ ਵਿੱਚ ਉਹਨਾਂ ਦੀ ਸਮਾਈ ਹੋਈ। ਫਿਰ ਉਹਨਾਂ ਦਾ ਜਿਹੜਾ ਸਮਾਉਣਾ ਪਰਮੇਸ਼ਰ ਦੇ ਸ਼ਬਦ 'ਚ, ਪਰਮੇਸ਼ਰ ਦੇ ਸਰੂਪ 'ਚ ਹੋ ਜਾਂਦਾ। ਫਿਰ ਉਹਦਾ ਕੋਈ ਫਲ ਜੀ, ਜਿਨ੍ਹਾਂ ਦੇ ਹਿਰਦੇ 'ਚ ਪਰਮੇਸ਼ਰ ਦਾ ਨਾਮ ਵਸਿਆ, ਤੇ ਫਲ ਕੀ ਹੈ ਜੀ ਉਹਦਾ? ਧੰਨ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਕਹਿੰਦੇ ਨੇ, ਕੁਲ ਉਧਾਰੈ ਆਪਣਾ ਮੋਖ ਪਦਵੀ ਆਪੇ ਪਾਹੇ। ਕਹਿੰਦੇ ਐਸੇ ਗੁਰਮੁਖ ਆਪਣੀ ਕੁਲ ਦੀ ਕਲਿਆਣ ਕਰ ਲੈਂਦੇ, ਆਪਣੀ ਸਾਰੀ ਕੁਲ ਧਾਰ ਲੈਂਦੇ ਨੇ। ਉਹਨਾਂ ਦੀ ਕੁਲ ਦਾ ਹੀ ਉਧਾਰ ਹੋ ਜਾਂਦਾ। ਕਿਵੇਂ? ਮੋਖ ਪਦਵੀ ਆਪੇ ਪਾਹੇ। ਮੁਕਤੀ ਦੀ ਪਦਵੀ ਉਹਨਾਂ ਨੂੰ ਆਪਣੇ ਆਪ ਮਿਲੀ ਹੈ, ਬਿਨਾਂ ਚਿੰਤਾ ਕੀਤੇ ਤੋਂ। ਬਸ ਉਸ ਦਾ ਫਲ ਇਹ ਹੈ, ਉਹਨਾਂ ਗੁਰਮੁਖਾਂ ਦੀ ਕੁਲ ਤਰ ਜਾਂਦੀ। ਸਿਆਣਿਆਂ ਦਾ ਕਥਨ ਹੈ, ਕਹਿੰਦੇ ਕਿਸੇ ਕੁਲ ਵਿੱਚ ਇੱਕ ਆਤਮ ਗਿਆਨੀ ਪੈਦਾ ਹੋਵੇ ਗੁਰਮੁਖੋ, ਸਾਰੀ ਕੁਲ ਦੀ ਕਲਿਆਣ ਕਰ ਦਿੰਦਾ, ਉਹ ਸਾਰੀ ਕੁਲ ਦਾ ਹੀ ਉਧਾਰ ਹੋ ਜਾਂਦਾ। ਜਿਨ੍ਹਾਂ ਦੇ ਹਿਰਦੇ 'ਚ ਅਚਿੰਤ ਪਰਮੇਸ਼ਰ ਦਾ ਨਾਮ ਆ ਕੇ ਵਸਿਆ, ਉਹ ਆਪ ਤਾਂ ਤਰਦੇ ਹੀ ਨੇ, ਆਪਣੀ ਕੁਲ ਵੀ ਤਾਰ ਲੈਂਦੇ। ਜਿਵੇਂ ਮਹਾਰਾਜ ਕਹਿੰਦੇ, ਪ੍ਰਹਲਾਦ ਜਾਣ ਕੇ 21 ਕੁਲ ਉਧਾਰੇ। ਪ੍ਰਹਲਾਦ ਦੀਆਂ ਅਕਾਲ ਪੁਰਖ ਵਾਹਿਗੁਰੂ ਨੇ 21 ਕੁਲਾਂ ਤਾਰੀਆਂ। ਇਹ ਗੁਰੂ ਕੀ ਬਾਣੀ ਦਾ ਬਚਨ ਹੈ, ਕਿਉਂਕਿ ਭਗਤ ਪੈਦਾ ਹੋਇਆ। ਜੇ ਇਸ ਕੁਲ ਵਿੱਚ ਭਗਤ ਪੈਦਾ ਹੋਇਆ, ਉਹ ਕੁਲ ਤਰ ਗਈ। ਕੁਲ ਉਧਾਰ ਹੈ ਆਪਣਾ ਮੋਖ ਪਦਵੀ ਆਪੇ ਪਾਹੇ। ਕਹਿੰਦੇ ਉਹਨੇ ਆਪਣੀ ਕੁਲ ਵੀ ਤਾਰ ਲਈ ਹੈ, ਕਿਉਂਕਿ ਆਪਣੇ ਆਪ ਉਹਨਾਂ ਨੂੰ ਮੁਕਤੀ ਦੀ ਪਦਵੀ ਪ੍ਰਾਪਤ ਹੋਈ। ਪਾਰ ਬ੍ਰਹਮ ਤਿਨ ਕੋ ਸੰਤੁਸ਼ਟ ਭਇਆ। ਕਹਿੰਦੇ ਉਹਨਾਂ ਉੱਤੇ ਅਕਾਲ ਪੁਰਖ ਵਾਹਿਗੁਰੂ ਪ੍ਰਸੰਨ ਹੁੰਦਾ। ਜੋ ਗੁਰ ਚਰਨੀ ਜਨ ਪਾਹੇ। ਕਿਹਨਾਂ ਉੱਤੇ? ਜਿਹੜੇ ਗੁਰੂ ਸਾਹਿਬ ਜੀ ਦੇ ਚਰਨੀ ਜਾ ਕੇ ਪੈਂਦੇ ਨੇ, ਜਿਹੜੇ ਮਹਾਰਾਜ ਦੇ ਚਰਨੀ ਜਾ ਕੇ ਲੱਗਦੇ, ਉਹਨਾਂ ਉੱਤੇ ਅਕਾਲ ਪੁਰਖ ਵਾਹਿਗੁਰੂ ਪ੍ਰਸੰਨ ਹੁੰਦਾ। ਪਹਿਲਾਂ ਆਪਣੇ ਇੱਕ ਬੜੀ ਸੋਹਣੀ ਮਰਿਆਦਾ ਚੱਲਦੀ ਹੁੰਦੀ ਸੀ, ਹੌਲੀ ਹੌਲੀ ਉਹ ਅਲੋਪ ਹੀ ਹੋ ਗਈ।
ਜਦੋਂ ਕੋਈ ਬੱਚਾ ਜਨਮ ਲੈਂਦਾ ਸੀ ਕਿਸੇ ਦੇ ਘਰੇ, ਤੇ ਫਿਰ ਉਹ ਆਪਣੀ ਸਾਰੀ ਬਰਾਦਰੀ ਨੂੰ ਇੱਕ ਸੁਨੇਹਾ ਭੇਜਦੇ ਸੀ ਵੀ ਫਲਾਣੇ ਦਿਨ ਤੁਸੀਂ ਸਾਡੇ ਘਰੇ ਆਇਓ, ਆਪਾਂ ਬੱਚੇ ਨੂੰ ਗੁਰੂ ਸਾਹਿਬ ਜੀ ਦੇ ਚਰਨੀ ਲਾਉਣਾ। ਤੇ ਫਿਰ ਸਾਰੇ ਸਕੇ ਸੰਬੰਧੀ, ਸਾਰੇ ਪ੍ਰੇਮੀ ਉਹਨਾਂ ਦੇ ਦੱਸੇ ਹੋਏ ਦਿਨ ਤੇ ਉਹਨਾਂ ਦੇ ਘਰ ਇਕੱਠੇ ਹੁੰਦੇ ਸੀ, ਤੇ ਸਾਰੇ ਇਕੱਠੇ ਹੋ ਕੇ ਫਿਰ ਉਸ ਬੱਚੇ ਨੂੰ ਲੈ ਕੇ ਗੁਰਦੁਆਰਾ ਸਾਹਿਬ ਆਉਂਦੇ ਸੀ। ਫਿਰ ਉੱਥੇ ਦੇਗ ਕਰਾਉਣੀ, ਅਰਦਾਸ ਕਰਨੀ ਤੇ ਆਖਣਾ ਵੀ ਅੱਜ ਬੱਚੇ ਨੂੰ ਮਹਾਰਾਜ ਦੇ ਚਰਨੀ ਲਾ ਦਿੱਤਾ। ਇੱਕ ਚੰਗਾ ਸੰਸਕਾਰ ਇਹਦੇ ਨਾਲ ਬਣਦਾ ਸੀ। ਪਰ ਹੌਲੀ ਹੌਲੀ ਇਹ ਕੰਮ ਰੁਕ ਹੀ ਗਿਆ। ਹਾਂ, ਹੁਣ ਇੰਨਾ ਹੈ ਮਹਾਰਾਜ ਦੀ ਕਿਰਪਾ ਵੀ ਬੱਚੇ ਦਾ ਨਾਮ ਰੱਖਣ ਵਾਸਤੇ ਕੋਈ ਗੁਰਮੁਖ ਪਰਿਵਾਰ ਬੱਚੇ ਨੂੰ ਮਹਾਰਾਜ ਦੀ ਹਜ਼ੂਰੀ 'ਚ ਲੈ ਕੇ ਆਉਂਦੇ ਆ, ਅਰਦਾਸ ਕੀਤੀ ਜਾਂਦੀ, ਫਿਰ ਮੁੱਖ ਵਾਕ ਲਿਆ ਜਾਂਦਾ, ਫਿਰ ਮੁੱਖ ਵਾਕ ਦੇ ਪਹਿਲੇ ਅੱਖਰ ਤੋਂ ਬੱਚੇ ਦਾ ਨਾਮ ਰੱਖਦੇ। ਇਹ ਬੜੀ ਚੰਗੀ ਗੱਲ ਹੈ। ਪਰ ਉਹ ਜਿਹੜਾ ਬੱਚੇ ਨੂੰ ਚਰਨੀ ਲਾਉਣ ਵਾਲਾ ਕੰਮ ਸੀ, ਉਹ ਹੌਲੀ ਹੌਲੀ ਘਟ ਹੀ ਗਿਆ। ਪਾਰ ਬ੍ਰਹਮ ਤਿਨ ਕੋ ਸੰਤੁਸ਼ਟ ਭਇਆ ਜੋ ਗੁਰ ਚਰਨੀ ਜਨ ਪਾਹੇ। ਕਹਿੰਦੇ ਅਕਾਲ ਪੁਰਖ ਵਾਹਿਗੁਰੂ ਉਹ ਪਾਰ ਬ੍ਰਹਮ ਪਰਮੇਸ਼ਰ ਉਹਨਾਂ ਤੇ ਪ੍ਰਸੰਨ ਹੁੰਦਾ, ਖੁਸ਼ ਹੁੰਦਾ ਜਿਹੜੇ ਜਾ ਕੇ ਮਹਾਰਾਜ ਦੇ ਚਰਨੀ ਲੱਗਦੇ। ਜਨ ਨਾਨਕ ਹਰਿ ਕਾ ਦਾਸ ਹੈ, ਕਰ ਕਿਰਪਾ ਹਰ ਲਾਜ ਰਖਾਹੇ। ਕਹਿੰਦੇ ਆਪਣੇ ਦਾਸਾਂ ਦੀ ਕਿਰਪਾ ਕਰਕੇ ਲਾਜ ਪ੍ਰਮਾਤਮਾ ਆਪ ਰੱਖਦਾ। ਇਹ ਉਸ ਅਕਾਲ ਪੁਰਖ ਵਾਹਿਗੁਰੂ ਦਾ ਬਿਰਦ, ਉਹਦਾ ਸੁਭਾਅ ਪ੍ਰਮਾਤਮਾ ਦਾ। ਜਿਹੜੇ ਉਹਦੇ ਚਰਨੀ ਲੱਗੇ, ਉਹਦੇ ਦਾਸ, ਉਹਦੇ ਸੇਵਕ ਨੇ, ਉਹਨਾਂ ਦੀ ਲੱਜਾ ਪ੍ਰਮਾਤਮਾ ਨੇ ਆਪ ਰੱਖਣੀ ਹੁੰਦੀ। ਦਸਵੇਂ ਪਾਤਸ਼ਾਹ ਦੇ ਬਚਨ ਨੇ, ਪ੍ਰਭ ਜੂ ਤੋ ਕਹਿ ਲਾਜ ਹਮਾਰੀ, ਨੀਲਕੰਠ ਨਰ ਹਰਿ ਨਾਰਾਇਣ ਨੀਲ ਬਸਨ ਬਨਵਾਰੀ। ਇਹ ਅਕਾਲ ਪੁਰਖ ਵਾਹਿਗੁਰੂ ਸਾਡੀ ਲਾਜ ਤੇਰੇ ਹੱਥ ਹੈ, ਤੂੰ ਕਿਰਪਾ ਕਰਕੇ ਰੱਖਣੀ। ਆਪਣੇ ਦਾਸਾਂ ਦੀ ਲਾਜ ਅਕਾਲ ਪੁਰਖ ਵਾਹਿਗੁਰੂ ਆਪ ਹੀ ਰੱਖਦਾ ਜੀ। ਬਹੁਤ ਸਾਰੇ ਪ੍ਰਮਾਣ ਆਪਾਂ ਨੂੰ ਮਿਲਣਗੇ ਤਵਾਰੀਖ ਵਿੱਚੋਂ। ਭਾਈ ਗੁਰਦਾਸ ਜੀ ਨੇ ਲਿਖਿਆ, ਉਹ ਕਹਿੰਦੇ ਨੇ, ਸੁਣ ਪ੍ਰਤਾਪ ਕਬੀਰ ਦਾ ਦੂਜਾ ਸਿੱਖ ਹੋਆ ਸੈਣ ਨਾਈ, ਪ੍ਰੇਮ ਭਗਤ ਰਾਤੀ ਕਰੇ ਭਲਕੇ ਰਾਜ ਦੁਆਰੇ ਜਾਈ। ਆਏ ਸੰਤ ਪ੍ਰਾਹੁਣੇ ਕੀਰਤਨ ਹੋਵਾ ਰੈਣ ਸੁਬਾਈ, ਛੱਡ ਨਾ ਸਕਿਆ ਸਾਧ ਜਨ ਰਾਜ ਦੁਆਰ ਨਾ ਸੇਵ ਕਮਾਈ। ਇੱਥੋਂ ਤੱਕ ਭਾਈ ਗੁਰਦਾਸ ਜੀ ਨੇ ਲਿਖਿਆ ਵੀ ਇੱਕ ਦਿਨ ਭਗਤ ਸੈਣ ਜੀ ਦੇ ਘਰੇ ਸੰਤ ਪ੍ਰਾਹੁਣੇ ਆ ਗਏ। ਭਗਤ ਕਬੀਰ ਸਾਹਿਬ ਦਾ ਪ੍ਰਤਾਪ ਸੁਣ ਕੇ ਭਗਤ ਸੈਣ ਜੀ ਰਾਮਾਨੰਦ ਜੀ ਦੇ ਚੇਲੇ ਬਣੇ, ਉਹਨਾਂ ਨੂੰ ਗੁਰੂ ਧਾਰਨ ਕੀਤਾ। ਸੁਣ ਪ੍ਰਤਾਪ ਕਬੀਰ ਦਾ ਦੂਜਾ ਸਿੱਖ ਹੋਆ ਸੈਣ ਨਾਈ। ਫਿਰ ਰਾਮਾਨੰਦ ਜੀ ਤੋਂ ਉਪਦੇਸ਼ ਲੈ ਕੇ ਕਹਿੰਦੇ ਇੰਨੀ ਉਸ ਨਾਮ ਦੀ ਸ਼ਬਦ ਦੀ ਉਪਦੇਸ਼ ਦੀ ਕਮਾਈ ਕੀਤੀ, ਪ੍ਰੇਮ ਭਗਤ ਰਾਤੀ ਕਰੇ। ਸਾਰੀ ਰਾਤ ਪ੍ਰੇਮਾ ਭਗਤੀ 'ਚ ਬਤੀਤ ਹੋ ਜਾਂਦੀ ਭਗਤ ਸੈਣ ਜੀ ਦੀ। ਭਲਕੇ ਰਾਜ ਦੁਆਰੇ ਜਾਈ, ਤੇ ਅਗਲੇ ਦਿਨ ਫਿਰ ਉਹ ਆਪਣੀ ਡਿਊਟੀ ਕਰਨ ਵੀ ਜਾਂਦੇ ਰਾਜੇ ਦੇ, ਕਿਉਂਕਿ ਉਹ ਨੌਕਰੀ ਸੀ ਉਹਨਾਂ ਦੀ ਉੱਥੇ ਚੱਲਦੀ। ਇੱਕ ਦਿਨ ਕਹਿੰਦੇ ਆਏ ਸੰਤ ਪ੍ਰਾਹੁਣੇ ਕੀਰਤਨ ਹੋਵਾ ਰੈਣ ਸੁਬਾਈ। ਸੰਤ ਪ੍ਰਾਹੁਣੇ ਆ ਗਏ, ਸਾਰੀ ਰਾਤ ਕੀਰਤਨ ਹੁੰਦਾ ਰਿਹਾ। ਛੱਡ ਨਾ ਸਕਿਆ ਸਾਧ ਜਨ ਰਾਜ ਦੁਆਰ ਨਾ ਸੇ। ਦਿਨ ਚੜਿਆ ਤਾਂ ਉਹ ਸਮਾਪਤੀ ਉਹਨਾਂ ਨੇ ਕੀਤੀ ਨਹੀਂ, ਇਸ ਕਰਕੇ ਭਗਤ ਸੈਣ ਉੱਠਿਆ ਨਹੀਂ, ਕਿਉਂਕਿ ਉਹ ਹੁਣ ਉਸ ਸਤਸੰਗ ਨੂੰ ਛੱਡ ਨਹੀਂ ਸਕਿਆ ਤੇ ਆਪਣੀ ਡਿਊਟੀ ਤੇ ਨਹੀਂ ਪਹੁੰਚੇ ਭਗਤ ਜੀ। ਜਿਸ ਡਿਊਟੀ ਤੇ ਰੋਜ਼ ਜਾਂਦੇ ਸੀ ਰਾਜੇ ਕੋਲੇ, ਉਹਦਾ ਇਸ਼ਨਾਨ ਕਰਾਉਣਾ ਸੀ, ਉਹਦੀਆਂ ਤਲੀਆਂ ਚੱਸਣੀਆਂ ਸੀ, ਉਹਦੇ ਬਸਤਰ ਪਹਿਨਾਉਣੇ ਸੀ, ਉਹਨੇ ਦਸਤਾਰ ਬੰਨਣੀ, ਇਹਨਾਂ ਸ਼ੀਸ਼ਾ ਫੜ ਕੇ ਖੜਨਾ ਸੀ, ਉਹ ਕੀਤੀ ਨਹੀਂ ਡਿਊਟੀ। ਕਿਉਂਕਿ ਸੰਗਤ ਨਹੀਂ ਛੱਡ ਸਕੇ। ਫਿਰ ਕਹਿੰਦੇ ਸਾਧ ਜਨਾਂ ਨੂੰ ਵਿਦਾ ਕਰ, ਰਾਜ ਦੁਆਰ ਗਿਆ ਸਰਮਾਈ। ਜਦੋਂ ਸੰਤਾਂ ਨੇ ਸਮਾਪਤੀ ਕੀਤੀ, ਉਹਨਾਂ ਨੂੰ ਫਿਰ ਵਿਦਾ ਕਰਕੇ ਤੇ ਫਿਰ ਮਾਫੀ ਮੰਗਣ ਵਾਸਤੇ ਰਾਜੇ ਦੇ ਦਰ ਤੇ ਗਏ ਵੀ ਮੈਂ ਆ ਨਹੀਂ ਸਕਿਆ ਜੀ ਡਿਊਟੀ ਤੇ, ਮੈਨੂੰ ਮਾਫੀ ਦੇ ਦਿਓ। ਪਰ ਭਾਈ ਗੁਰਦਾਸ ਜੀ ਲਿਖਦੇ, ਸੈਣ ਰੂਪ ਹਰ ਜਾਇ ਕੇ ਆਇਆ ਰਾਣੇ ਨੂੰ ਰਿਝਾਈ। ਉਧਰ ਪ੍ਰਮਾਤਮਾ ਨੇ ਕੀ ਕੀਤਾ, ਸੈਣ ਭਗਤ ਦਾ ਰੂਪ ਧਾਰਨ ਕੀਤਾ ਤੇ ਜਾ ਕੇ ਰਾਜੇ ਦੀ ਸੇਵਾ ਕਰ ਦਿੱਤੀ। ਜੋ ਡਿਊਟੀ ਭਗਤ ਸੈਣ ਜੀ ਨੇ ਕਰਨੀ ਸੀ ਉਹ ਕਰ ਦਿੱਤੀ ਸਾਰੀ। ਪਰ ਭਗਤ ਸੈਣ ਜੀ ਸੰਤਾਂ ਨੂੰ ਵਿਦਾ ਕਰਕੇ ਆਪ ਮਾਫੀ ਮੰਗਣ ਗਏ। ਸਾਧ ਜਨਾਂ ਨੂੰ ਵਿਦਾ ਕਰ ਰਾਜ ਦੁਆਰ ਗਿਆ ਸਰਮਾਈ। ਕਹਿੰਦੇ ਸ਼ਰਮਿੰਦੇ ਸ਼ਰਮਿੰਦੇ ਉੱਥੇ ਪਹੁੰਚੇ, ਆਖਿਆ ਜੀ ਮੈਂ ਆਇਆ ਨਹੀਂ ਡਿਊਟੀ ਤੇ, ਮੈਨੂੰ ਮਾਫੀ ਦੇ ਦਿਓ। ਦੂਰੋਂ ਰਾਣੇ ਸੱਦ ਕੇ ਖੋਲ ਕਵਾਏ ਗਲੋਂ ਪਹਿਨਾਈ। ਕਹਿੰਦੇ ਜਦੋਂ ਮਾਫੀ ਮੰਗਣ ਵਾਸਤੇ ਭਗਤ ਸੈਣ ਜੀ ਉਹਦੀ ਕਚਹਿਰੀ 'ਚ ਪਹੁੰਚੇ, ਉਹਨੇ ਵੇਖਿਆ ਜਦੋਂ ਦਰਬਾਰ 'ਚ ਪ੍ਰਵੇਸ਼ ਕੀਤਾ ਭਗਤ ਸੈਣ ਨੇ, ਉਹ ਸਿੰਘਾਸਨ ਤੋਂ ਉੱਠਿਆ
ਜਾ ਕੇ ਭਗਤ ਸੈਣ ਜੀ ਨੂੰ ਜੱਫੀ ਪਾ ਲਈ, ਬੜਾ ਸਤਿਕਾਰ ਕੀਤਾ, ਲਿਆ ਕੇ ਆਪਣੇ ਬਰਾਬਰ ਸਿੰਘਾਸਨ ਤੇ ਬਿਠਾਇਆ, ਆਪਣੇ ਗਲ ਦੀ ਕੀਮਤੀ ਮਾਲਾ ਲਾ ਕੇ ਉਹਨਾਂ ਦੇ ਗਲ 'ਚ ਪਾ ਦਿੱਤੀ, ਆਪਣਾ ਕੀਮਤੀ ਜਾਮਾ ਉਹਨਾਂ ਨੂੰ ਦੇ ਦਿੱਤਾ। ਭਗਤ ਸੈਣ ਜੀ ਬੜੇ ਹੈਰਾਨ, ਬਈ ਮੈਂ ਤਾਂ ਡਿਊਟੀ ਕੀਤੀ ਨਹੀਂ, ਇਹਦੇ ਕੋਲੋਂ ਮਾਫੀ ਮੰਗਣ ਆਇਆ ਵੀ ਮੈਂ ਸਵੇਰੇ ਤੇਰਾ ਇਸ਼ਨਾਨ ਕਰਵਾਉਣ ਨਹੀਂ ਆਇਆ, ਇਹ ਮੈਨੂੰ ਇੰਨਾ ਸਤਿਕਾਰ ਕਰਦਾ ਪਿਆ, ਸਿੰਘਾਸਨ ਤੇ ਬਿਠਾਇਆ, ਇੰਨੀ ਕੀਮਤੀ ਇਹਨੇ ਤੋਹਫੇ ਦਿੱਤੇ। ਭਗਤ ਸੈਣ ਜੀ ਡਰੀ ਜਾਂਦੇ ਨੇ, ਜ਼ਿਆਦਾ ਡਰ ਗਏ ਵੀ ਗੁੱਸੇ 'ਚ ਇਦਾਂ ਕਰਦਾ ਪਿਆ। ਕਹਿੰਦੇ ਮੈਂ ਆਇਆ ਨਹੀਂ ਜੀ, ਮੈਨੂੰ ਮਾਫੀ ਦੇ ਦਿਓ। ਉਹ ਰਾਜਾ ਕਹਿਣ ਲੱਗਾ ਵੀ ਨਹੀਂ ਤੂੰ ਆਇਆ ਤਾਂ ਸੀ, ਰਾਜਾ ਰਾਮ ਉਹਦਾ ਨਾਮ ਲਿਖਿਆ। ਕਹਿੰਦੇ ਉਹਨੇ ਕਿਹਾ ਨਹੀਂ ਤੁਸੀਂ ਆਏ ਸਵੇਰੇ, ਇਸ਼ਨਾਨ ਤਾਂ ਤੁਸੀਂ ਕਰਾਇਆ। ਭਗਤ ਸੈਣ ਜੀ ਨੇ ਕਿਹਾ ਨਹੀਂ ਜੀ ਸੱਚੀ ਗੱਲ ਮੈਂ ਨਹੀਂ ਆਇਆ, ਮੇਰੇ ਘਰੇ ਸੰਤ ਪ੍ਰਾਹੁਣੇ ਆ ਗਏ ਸੀ, ਉਹਨਾਂ ਸਮਾਪਤੀ ਨਹੀਂ ਕੀਤੀ, ਮੈਂ ਆ ਨਹੀਂ ਸਕਿਆ। ਉਹ ਕਹਿੰਦੇ ਨਹੀਂ ਇਦਾਂ ਕਿੱਦਾਂ ਹੋ ਸਕਦਾ, ਤੂੰ ਆਇਆ, ਸਾਰਿਆਂ ਨੂੰ ਪੁੱਛ, ਤੂੰ ਹੀ ਤਾਂ ਇਸ਼ਨਾਨ ਕਰਵਾਇਆ ਸੀ ਆ ਕੇ, ਤੂੰ ਤਲੀਆਂ ਝੱਸੀਆਂ, ਤੂੰ ਐਸੀਆਂ ਤਲੀਆਂ ਝੱਸੀਆਂ, ਅੱਜ ਇੰਨਾ ਆਨੰਦ ਆਇਆ, ਇਸ ਕਰਕੇ ਮੈਂ ਤੇਰਾ ਸਤਿਕਾਰ ਕੀਤਾ, ਤੈਨੂੰ ਸਿੰਘਾਸਨ ਤੇ ਆਪਣੇ ਬਰਾਬਰ ਬਿਠਾਇਆ। ਵੀ ਇੰਨੀ ਸ਼ਾਂਤੀ, ਐਸਾ ਸੁੱਖ ਮੈਨੂੰ ਕਦੇ ਆਇਆ ਹੀ ਨਹੀਂ। ਤੇ ਭਗਤ ਸੈਣ ਜੀ ਨੇ ਆਖਿਆ ਨਹੀਂ ਮੈਂ ਸੱਚ ਤੇ ਆ, ਮੈਂ ਆਇਆ ਨਹੀਂ ਜੀ ਡਿਊਟੀ ਕਰਨ। ਉਹ ਕਹਿੰਦੇ ਇਦਾਂ ਕਾ ਤੂੰ, ਕਹਿੰਦਾ ਸਾਰਿਆਂ ਨੂੰ ਪੁੱਛ। ਜਦ ਬਾਕੀਆਂ ਨੂੰ ਪੁੱਛਿਆ ਉਹ ਕਹਿੰਦੇ ਵੀ ਭਗਤ ਸੈਣ ਜੀ ਨੂੰ ਕਹਿੰਦੇ ਵੀ ਤੂੰ ਆਇਆ ਗੁਰਮੁਖਾ, ਅਸੀਂ ਸਾਰਿਆਂ ਨੇ ਦੇਖਿਆ ਤੂੰ ਆਇਆ। ਫਿਰ ਭਗਤ ਸੈਣ ਜੀ ਨੇ ਆਖਿਆ ਵੀ ਜੇ ਇਹ ਸੱਚ ਹੈ ਨਾ ਵੀ ਮੈਂ ਆਇਆ, ਤੇ ਫਿਰ ਇਹ ਵੀ ਸੱਚ ਆ ਵੀ ਮੈਂ ਨਹੀਂ ਆਇਆ, ਅਸਲ ਵਿੱਚ ਫਿਰ ਉਹ ਹੀ ਆ ਗਿਆ ਜਿਹਦੀ ਕੀਰਤੀ ਵਿੱਚ ਮੈਂ ਬੈਠਾ ਰਿਹਾ ਸੀ। ਭਾਈ ਗੁਰਦਾਸ ਜੀ ਲਿਖਿਆ, ਉਹ ਕਹਿੰਦੇ ਸੈਣ ਰੂਪ ਹਰ ਜਾਇ ਕੇ ਆਇਆ, ਰਾਣੇ ਨੂੰ ਰਿਝਾਈ, ਰਾਣੇ ਦੂਰੋਂ ਸੱਦ ਕੇ ਖੋਲ ਕਵਾਏ, ਗਲੋਂ ਪਹਿਨਾਈ, ਵਸ ਕੀਤਾ ਤੂੰ ਹੋਂ ਅੱਜ, ਬੋਲੇ ਰਾਣਾ ਸੁਣੇ ਲੁਕਾਈ। ਕਹਿੰਦੇ ਰਾਜੇ ਨੇ ਆਖਿਆ ਤੂੰ ਤਾਂ ਮੈਨੂੰ ਵਸ ਹੀ ਕਰ ਲਿਆ, ਅੱਜ ਐਸੀਆਂ ਤਲੀਆਂ ਝੱਸੀਆਂ, ਅੱਜ ਤੋਂ ਬਾਅਦ ਤੂੰ ਮੇਰੀ ਸੇਵਾ ਨਹੀਂ ਕਰਨੀ, ਮੇਰੇ ਬਰਾਬਰ ਸਿੰਘਾਸਨ ਤੇ ਬੈਠਾ ਕਰਨਾ ਬਸ, ਕਿਉਂਕਿ ਦੁੱਖ ਹੀ ਕੱਟੇ ਗਏ ਸਾਰੇ, ਐਸਾ ਸੁੱਖ ਆ ਗਿਆ ਮੈਨੂੰ ਅੱਜ। ਕਿਉਂਕਿ ਪ੍ਰਮਾਤਮਾ ਦੇ ਸਾਧ ਸੰਗਤ ਜੀ ਕਾਰ ਕਮਲਾਂ ਦੀ ਛੋਹ ਜਦੋਂ ਉਹਨੂੰ ਮਿਲੀ, ਦੁੱਖ ਤਾਂ ਕੱਟੇ ਹੀ ਜਾਣੇ ਸੀ। ਭਗਤ ਸੈਣ ਜੀ ਦੀ ਜਗ੍ਹਾ ਅਕਾਲ ਪੁਰਖ ਵਾਹਿਗੁਰੂ ਨੇ ਜਾ ਕੇ ਸਾਰੀ ਡਿਊਟੀ ਕਰ ਦਿੱਤੀ, ਪਰ ਭਗਤ ਨੂੰ ਸ਼ਰਮਿੰਦਾ ਨਹੀਂ ਹੋਣ ਦਿੱਤਾ। ਇਸ ਲਈ ਕਹਿੰਦੇ ਪਾਰ ਬ੍ਰਹਮ ਤਿਨ ਕੋ ਸੰਤੁਸ਼ਟ ਭਇਆ, ਜੋ ਗੁਰ ਚਰਨੀ ਜਨ ਪਾਹੇ, ਜਨ ਨਾਨਕ ਹਰਿ ਕੈ ਦਾਸ ਹੈ, ਕਰ ਕਿਰਪਾ ਹਰ ਲਾਜ ਰਖਾਹੇ। ਜਿਹੜੇ ਹਰੀ ਦੇ ਦਾਸ ਬਣ ਜਾਂਦੇ ਗੁਰਮੁਖੋ, ਪ੍ਰਮਾਤਮਾ ਕਿਰਪਾ ਕਰਕੇ ਉਹਨਾਂ ਦੀ ਲਾਜ ਰੱਖ ਲੈਂਦਾ, ਭਾਵੇਂ ਉਹਨਾਂ ਨੂੰ ਉਹਨੂੰ ਆਪ ਜਾਣਾ ਪਵੇ। ਪੰਜਵੇਂ ਪਾਤਸ਼ਾਹ ਨੇ ਆਖਿਆ ਨਾ, ਜਿੱਥੇ ਅਕਾਲ ਪੁਰਖ ਵਾਹਿਗੁਰੂ ਨੂੰ ਚੇਤੇ ਕਰਦੇ ਨੇ, ਉਹਦੇ ਸੇਵਕ ਉਹ ਦੌੜਾ ਹੀ ਜਾਂਦਾ, ਉਹਦਾ ਸੁਭਾਅ, ਉਹਦਾ ਬਿਰਦ, ਜਿਹੋ ਜਿਹਾ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ, ਜਿੱਥੇ ਜਿੱਥੇ ਵੀ ਉਹਦੇ ਸੇਵਕ ਦੀ ਕੋਈ ਕਿਰਤ ਕੋਈ ਕਾਜ ਹੁੰਦਾ, ਉਹ ਅਰਾਧ ਦਾ ਚੇਤੇ ਕਰਦਾ ਪ੍ਰਮਾਤਮਾ, ਤਹਾਂ ਤਹਾਂ ਉੱਠ ਧਾਵੇ। ਧਾਵੇ ਦਾ ਅਰਥ ਹੁੰਦਾ ਭੱਜ ਕੇ ਜਾਣਾ, ਛੇਤੀ। ਕਹਿੰਦੇ ਪ੍ਰਮਾਤਮਾ ਬਹੁਤ ਛੇਤੀ ਪਹੁੰਚਦਾ ਉੱਥੇ ਜਿੱਥੇ ਸੇਵਕ ਨੂੰ ਲੋੜ ਪੈਂਦੀ। ਕਿਉਂਕਿ ਪ੍ਰਮਾਤਮਾ ਨੇ ਆਪਣੇ ਸੇਵਕ ਦੀ ਪਿੱਠ ਨਹੀਂ ਲੱਗਣ ਦੇਣੀ, ਲਾਜ ਰੱਖਣੀ ਉਹਦੀ। ਜਨ ਨਾਨਕ ਹਰਿ ਕਾ ਦਾਸ ਹੈ, ਕਰ ਕਿਰਪਾ ਹਰ ਲਾਜ ਰਖਾਹੇ। ਕਹਿੰਦੇ ਜਿਹੜਾ ਦਾਸ ਬਣ ਗਿਆ, ਕਿਰਪਾ ਕਰਕੇ ਪ੍ਰਮਾਤਮਾ ਉਹਦੀ ਲਾਜ ਰੱਖਦਾ। ਮਹੱਲਾ ਤੀਜਾ, ਅਗਲੇ ਸ਼ਲੋਕ 'ਚ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ, ਹਉਮੈ ਅੰਦਰ ਖੜਕ ਹੈ, ਖੜਕੇ ਖੜਕ ਵਿਹਾਏ। ਕਹਿੰਦੇ ਹੁਣ ਗੱਲ ਆ ਗਈ ਮਨਮੁਖ ਦੀ। ਕਹਿੰਦੇ ਮਨਮੁਖ ਦੇ ਅੰਦਰ ਹੁੰਦਾ ਹੰਕਾਰ, ਹਉਮੈ, ਹਮ ਕੀਆ ਹਮ ਕਰਾਂਗੇ। ਉਹ ਕਹਿੰਦਾ ਮੈਂ ਕੀਤਾ ਜੀ, ਮੇਰੇ ਤੋਂ ਬਿਨਾਂ ਕੋਈ ਕਰ ਹੀ ਨਹੀਂ ਸੀ ਸਕਦਾ। ਉਹਦੇ ਅੰਦਰ ਹਉਮੈ ਦਾ ਖੰਡਾ ਖੜਕੀ ਜਾਂਦਾ ਹਰ ਵੇਲੇ, ਤੇ ਬਸ ਇਹ ਹਉਮੈ ਦਾ ਖੰਡਾ ਖੜਕਦਿਆਂ ਹੀ ਸਾਰੀ ਉਮਰ ਨਿਕਲ ਜਾਂਦੀ। ਹਉਮੈ ਅੰਦਰ ਖੜਕ ਹੈ, ਖੜਕੇ ਖੜਕ ਵਿਹਾਏ। ਹਉਮੈ ਵੱਡਾ ਰੋਗ ਹੈ, ਮਰ ਜੰਮੇ ਆਵੇ ਜਾਏ। ਕਹਿੰਦੇ ਐਸਾ ਹੰਕਾਰ ਦਾ ਵੱਡਾ ਰੋਗ ਚੰਬੜ ਜਾਂਦਾ ਮਨਮੁਖਾਂ ਨੂੰ, ਉਹ ਫਿਰ ਜਨਮ ਮਰਨ ਦੇ ਗੇੜ 'ਚ ਪੈਂਦੇ। ਮਰ ਜੰਮੇ ਆਵੇ ਜਾਏ, ਜਨਮ ਮਰਨਗੇ, ਫਿਰ ਜਨਮ ਲੈਣਗੇ, ਆਉਣਗੇ ਜਾਣਗੇ, ਇਹ ਆਉਣਾ ਜਾਣਾ ਮੁੱਕਦਾ ਹੀ ਨਹੀਂ। ਮਹਾਰਾਜ ਨੇ ਆਸਾ ਦੀ ਵਾਰ 'ਚ ਆਪਾਂ ਬਚਨ ਸੁਣਦੇ ਗੁਰਮੁਖਾਂ ਤੋਂ ਮਹਾਰਾਜ ਜੀ ਦੇ, ਹਉਮੈ ਵੱਡਾ ਰੋਗ ਹੈ, ਹਉਮੈ ਦੀਰਘ ਰੋਗ ਹੈ, ਦਾਰੂ ਪੀਏ ਸਮਾਹੇ। ਜਿੱਥੇ ਮਹਾਰਾਜ ਨੇ ਕਿਹਾ ਹਉਮੈ ਵੱਡਾ ਰੋਗ ਹੈ, ਉੱਥੇ ਮਹਾਰਾਜ ਕਹਿੰਦੇ ਹਉਮੈ ਦੀਰਘ ਰੋਗ ਹੈ। ਦੀਰਘ ਦਾ ਅਰਥ ਵੀ ਵੱਡਾ ਹੀ ਹੁੰਦਾ। ਜਿਨ ਕੋ ਪੂਰਬ ਲਿਖਿਆ ਤਿਨਾ ਸਤਿਗੁਰ ਮਿਲਿਆ ਪ੍ਰਭ ਆਏ। ਕਹਿੰਦੇ ਪੂਰਬਲਾ ਕਰਮ ਚ ਜਿਨ੍ਹਾਂ ਦਾ ਚੰਗਾ ਕੋ ਮੱਥੇ ਦਾ ਲੇਖ ਲਿਖਿਆ ਹੋਵੇ, ਉਹਨਾਂ ਨੂੰ ਸਤਿਗੁਰੂ ਨਾਲ ਮਿਲਾਪ ਹੁੰਦਾ।
ਪੂਰੇ ਸਤਿਗੁਰੂ ਦਾ ਮਿਲਾਪ ਚੰਗੇ ਭਾਗਾਂ ਕਰਕੇ ਹੁੰਦਾ। ਜੇ ਭਾਗ ਸਾਥ ਨਾ ਦੇਣ ਤੇ ਗੁਰੂ ਸਾਹਿਬ ਜੀ ਤੇ ਭਰੋਸਾ ਨਹੀਂ ਆਉਂਦਾ ਕਦੇ। ਮਿਲਾਪ ਹੋਣਾ ਹੀ ਨਹੀਂ। ਬੰਦੇ ਨੇ ਕੱਚਿਆਂ ਪਿੱਲਿਆਂ ਪਿੱਛੇ ਤੁਰੇ ਫਿਰਨਾ ਸਾਰੀ ਉਮਰ। ਪਹਿਲੀ ਗੱਲ ਤਾਂ ਗੁਰੂ ਸਾਹਿਬ ਕੋਲ ਜਾਣ ਦਾ ਫੁਰਨਾ ਹੀ ਨਹੀਂ ਫੁਰਦਾ। ਜੇ ਜਾਵੇ ਤੇ ਤਾਂ ਵੀ ਕਿਸੇ ਅਧੂਰੇ ਕੋਲ ਚਲੇ ਜਾਏਗਾ। ਜੇ ਮੱਥੇ ਦੀ ਰੇਖਾ ਸਾਥ ਨਹੀਂ ਦਿੰਦੀ, ਗੁਰੂ ਪੂਰੇ ਦਾ ਮਿਲਾਪ ਨਹੀਂ ਹੋਣਾ। ਮਹਾਰਾਜ ਦੇ ਬਚਨ ਨੇ, ਜਬ ਲਓ ਨਹੀਂ ਭਾਗ ਲਲਾਰ ਉਹਦਾ, ਤਬ ਲਓ ਭਰਮ ਤੇ ਫਿਰਤੇ ਬਹੁਤਾਰ। ਜਦੋਂ ਤੱਕ ਮੱਥੇ ਦਾ ਭਾਗ ਸਿੱਧਾ ਨਾ ਹੋਵੇ ਉਦੋਂ ਤੱਕ ਬੰਦਾ ਭਰਮ 'ਚ ਹੀ ਤੁਰਿਆ ਫਿਰਦਾ। ਜਬ ਲਓ ਨਹੀਂ ਭਾਗ ਲਲਾਰ, ਲਲਾਰ ਮੱਥੇ ਨੂੰ ਕਹਿੰਦੇ। ਜਿਨ ਕੋ ਪੂਰਬ ਲਿਖਿਆ, ਪੂਰਬਲਾ ਲੇਖ ਜਿਨ੍ਹਾਂ ਦਾ ਚੰਗਾ ਲਿਖਿਆ ਹੁੰਦਾ ਕਿਤੇ ਅਕਾਲ ਪੁਰਖ ਵਾਹਿਗੁਰੂ ਨੇ, ਤਿਨਾ ਸਤਿਗੁਰੂ ਮਿਲਿਆ ਪ੍ਰਭ ਆਏ। ਕਹਿੰਦੇ ਪ੍ਰਮਾਤਮਾ ਦਾ ਸਰੂਪ ਸਤਿਗੁਰੂ ਪੂਰਾ ਉਹਨਾਂ ਨੂੰ ਮਿਲਦਾ ਗੁਰਮੁਖੋ। ਐਸਾ ਸੰਜੋਗ ਬਣ ਜਾਂਦਾ, ਪੂਰੇ ਗੁਰੂ ਸਾਹਿਬ ਨਾਲ ਮਿਲਾਪ ਹੋ ਜਾਂਦਾ। ਸੁਤੇ ਸਿੱਧ ਭਾਈ ਮੰਝ ਜਿਨ੍ਹਾਂ ਦਾ ਆਪਾਂ ਬਹੁਤ ਵਾਰ ਪ੍ਰਮਾਣ ਸੁਣਿਆ, ਉਹ ਕੋ ਗੁਰੂ ਸਾਹਿਬ ਜੀ ਦੇ ਸੇਵਕ ਨਹੀਂ ਸੀ। ਸੇਵਕ ਤੇ ਸਰਵਰ ਦੇ ਸੀ। ਪਰ ਕੁਦਰਤੀ ਇੱਕ ਐਸਾ ਸੰਸਕਾਰ ਸੰਜੋਗ ਬਣਿਆ, ਪੰਜਵੇਂ ਪਾਤਸ਼ਾਹ ਜੀ ਨੂੰ ਮੱਥਾ ਟੇਕਿਆ, ਦਰਸ਼ਨ ਹੋਏ ਪੰਜਵੇਂ ਪਾਤਸ਼ਾਹ ਦੇ। ਐਸੀ ਉਹਨਾਂ ਦਰਸ਼ਨਾਂ ਚੋਂ ਖਿੱਚ ਪਈ, ਕੋ ਪੂਰਬਲਾ ਭਾਗ ਮੱਥੇ ਦਾ ਸਾਹਮਣੇ ਆ ਗਿਆ। ਕਹਿੰਦਾ ਮਹਾਰਾਜ ਮੈਨੂੰ ਆਪਣੀ ਸਿੱਖੀ ਬਖਸ਼ੋ। ਮਹਾਰਾਜ ਨੇ ਆਖਿਆ ਵੀ ਨਹੀਂ, ਸਿੱਖੀ ਤੇ ਸਿੱਖੀ ਨਹੀਂ ਚੜ੍ਹਦੀ ਹੁੰਦੀ ਗੁਰਮੁਖਾ। ਆਖਿਆ ਮਤਲਬ? ਮਹਾਰਾਜ ਕਹਿੰਦੇ ਪਹਿਲਾਂ ਕਿਹਨੂੰ ਮੰਨਦਾ? ਕਹਿੰਦਾ ਜੀ ਪਹਿਲਾਂ ਤਾਂ ਮੈਂ ਮਲਤਾਨ ਜਾਣਾ ਟੱਲ ਖੜਕਾਉਣ ਲਈ ਸਾਲ 'ਚ ਇੱਕ ਵਾਰੀ। ਮਹਾਰਾਜ ਕਹਿੰਦੇ ਫਿਰ ਤੂੰ ਜਿਹਦਾ ਸਿੱਖ ਹੈ ਉਹਦੇ ਉੱਤੇ ਹੁਣ ਸਾਡੀ ਸਿੱਖੀ ਕਿੱਦਾਂ ਚੱਲੇ? ਕਹਿੰਦਾ ਨਹੀਂ ਜੀ ਮੈਂ ਤਾਂ ਤੁਹਾਡਾ ਹੀ ਸਿੱਖ ਬਣਨਾ, ਮੈਂ ਉਹ ਛੱਡਿਆ ਸਾਰਾ ਕੁਝ। ਮਹਾਰਾਜ ਕਹਿੰਦੇ ਕਠਿਨ ਹੈ। ਕਹਿੰਦਾ ਨਹੀਂ ਕੋਈ ਨਹੀਂ ਜੀ, ਕਠਿਨ ਹੀ ਮੈਂ ਨਿਭਾ ਲਾਂਗਾ, ਪਰ ਤੁਸੀਂ ਆਪਣਾ ਸਿੱਖ ਬਣਾਓ, ਮੈਨੂੰ ਸਿੱਖੀ ਬਖਸ਼ੋ। ਚੰਗਾ ਭਾਗ ਸੀ। ਇੱਕੋ ਹੀ ਵਾਰ ਮਹਾਰਾਜ ਦੇ ਦਰਸ਼ਨ ਕੀਤਿਆਂ ਮਨ ਵਿੱਚ ਇੱਕ ਖਿੱਚ ਵੱਜੀ, ਗੁਰੂ ਸਾਹਿਬ ਜੀ ਤੋਂ ਸਿੱਖੀ ਦੀ ਦਾਤ ਲਈਏ ਭਾਈ। ਬਣਾ ਲਿਆ ਮਹਾਰਾਜ ਨੇ ਆਪਣਾ ਸਿੱਖ ਪੰਜਵੇਂ ਪਾਤਸ਼ਾਹ ਨੇ। ਬੜੀ ਕਰੜੀ ਪਰਖ ਹੋਈ ਫਿਰ ਭਾਈ ਮੰਝ ਦੀ। ਚੌਧਰ ਚਲੀ ਗਈ ਸਾਰੀ, ਘੋੜੀਆਂ ਮੱਝਾਂ ਸਭ ਤਬੇਲੀ ਖਾਲੀ ਹੋ ਗਈ। ਤਾਂ ਵੀ ਉਹਨੇ ਨਿਸ਼ਚਾ ਨਹੀਂ ਡੋਲਣ ਦਿੱਤਾ ਆਪਣਾ। ਤੇ ਅਖੀਰ ਪੰਜਵੇਂ ਪਾਤਸ਼ਾਹ ਨੇ ਵੇਖਿਆ ਜਦੋਂ ਪਾਸ ਹੋ ਗਿਆ ਨਾ, ਜੋ ਲੱਕੜਾਂ ਸਮੇਤ ਖੂਹ 'ਚ ਡਿੱਗ ਪਿਆ। ਉਹ ਭਾਈ ਮਾਈ ਦਾ ਖੂਹ ਸੁਲਤਾਨਵਿੰਡ ਪਿੰਡ ਦੇ ਕੋਲ ਆਇਆ ਉਸ ਵੇਲੇ। ਤੇ ਮਹਾਰਾਜ ਹਰਿਮੰਦਰ ਸਾਹਿਬ ਤੋਂ ਚੱਲ ਕੇ ਗਏ। ਜਾ ਕੇ ਰਸਾ ਆਖਿਆ ਫੜ ਭਾਈ ਮਾਂ, ਜਾ ਜਾ ਬਾਹਰ। ਆਖਿਆ ਮਹਾਰਾਜ ਪਹਿਲਾਂ ਲੱਕੜਾਂ ਕੱਢ ਦੋ, ਮੈਂ ਤਾਂ ਡਿੱਗਣ ਨਹੀਂ ਦਿੱਤੀਆਂ, ਲੰਗਰਾਂ 'ਚ ਸੁੱਕੀਆਂ ਪਹੁੰਚਣ। ਖੁਸ਼ ਹੋ ਕੇ ਉਸ ਵੇਲੇ ਮਹਾਰਾਜ ਨੇ ਫਿਰ ਗਲ ਨਾਲ ਲਾ ਕੇ ਆਖਿਆ ਸੀ, ਮੰਝ ਪਿਆਰਾ ਗੁਰੂ ਕੋ ਗੁਰ ਮੰਝ ਪਿਆਰਾ, ਮੰਝ ਗੁਰੂ ਕਾ ਬੋਝ ਥਾ ਜਗ ਲੰਘਣਹਾਰ। ਸਭ ਬਖਸ਼ਾਂ ਨਾਲ ਨਵਾਜ ਦਿੱਤਾ ਸੀ। ਪਰ ਕੋਈ ਚੰਗਾ ਕਰਮ ਸੀ। ਮਹਾਰਾਜ ਦੇ ਦਰਸ਼ਨ ਹੋਏ ਤੇ ਕਹਿੰਦਾ ਮਹਾਰਾਜ ਹੁਣ ਮੈਂ ਤੁਹਾਡਾ ਹੀ ਹਾਂ ਬਸ। ਜਿੰਨੀ ਦੇਰ ਮੱਥਾ ਸਾਥ ਨਾ ਦੇਵੇ ਗੁਰਮੁਖੋ, ਪੂਰੇ ਗੁਰੂ ਦਾ ਮਿਲਾਪ ਹੋਣਾ ਮੁਸ਼ਕਲ। ਜਿਨ ਕੋ ਪੂਰਬ ਲਿਖਿਆ ਤੇ ਨਾ ਸਤਿਗੁਰ ਮਿਲਿਆ ਪ੍ਰਭ ਆਏ। ਜਿਨ੍ਹਾਂ ਦਾ ਪੂਰਬਲਾ ਕਰਮ ਚੰਗਾ ਲਿਖਿਆ ਸੀ, ਉਹਨਾਂ ਦਾ ਮਿਲਾਪ ਮਹਾਰਾਜ ਨਾਲ ਹੋਇਆ। ਨਾਨਕ ਗੁਰਪ੍ਰਸਾਦੀ ਉਪਰੇ। ਕਹਿੰਦੇ ਫਿਰ ਪੂਰੇ ਗੁਰੂ ਦੀ ਕਿਰਪਾ ਨਾਲ ਬਚ ਜਾਂਦੇ, ਜਮਾਂ ਦੇ ਵਸ ਨਹੀਂ ਪੈਂਦੇ। ਨਾਨਕ ਗੁਰਪ੍ਰਸਾਦੀ ਉਬਰੇ ਹਉਮੈ ਸ਼ਬਦ ਜਲਾਏ। ਸ਼ਬਦ ਦਾ ਅਭਿਆਸ ਕਰਕੇ, ਸ਼ਬਦ ਦੀ ਬ੍ਰਹਮ ਅਗਨੀ ਦੇ ਤੇਜ ਕਰਕੇ ਕਹਿੰਦੇ ਅੰਦਰ ਉਹਨਾਂ ਨੇ ਆਪਣੀ ਹਉਮੈ ਸਾਧ ਲਈ। ਹੰਕਾਰ ਖਤਮ ਹੋ ਗਿਆ। ਪੌੜੀ ਹਰ ਨਾਮ ਹਮਾਰਾ ਪ੍ਰਭ ਅਵਗਤ ਅਗੋਚਰ। ਅਵਗਤ ਦਾ ਅਰਥ ਹੁੰਦਾ ਸਾਧ ਸੰਗਤ। ਅਗੋਚਰ ਦਾ ਅਰਥ ਹੁੰਦਾ ਜਿਹੜਾ ਸਾਡੇ ਨੇਤਰਾਂ ਦੇ, ਗਿਆਨ ਇੰਦਰੀਆਂ ਦੇ ਗੋਚਰਾ ਨਹੀਂ, ਅੱਖਾਂ ਜਿਸ ਨੂੰ ਦੇਖ ਨਹੀਂ ਸਕਦੀਆਂ। ਅਵਗਤ ਦਾ ਅਰਥ ਆ ਵਿਅਕਤੀ, ਉਹ ਵਿਅਕਤੀਤਾ ਦੇ ਬੰਧਨਾਂ ਵਿੱਚ ਨਹੀਂ ਜਿਹੜਾ ਅਕਾਲ ਪੁਰਖ ਵਾਹਿਗੁਰੂ ਹੈ। ਕਹਿੰਦੇ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਸਾਨੂੰ ਗੁਰੂ ਦੀ ਕਿਰਪਾ ਨਾਲ ਮਿਲਿਆ, ਜਿਹੜਾ ਪ੍ਰਮਾਤਮਾ ਅਬਨਾਸੀ ਹੈ, ਜਿਹੜਾ ਇਹਨਾਂ ਨੇਤਰਾਂ ਦੇ ਗੋਚਰੇ ਨਹੀਂ ਹੈਗਾ, ਅੱਖ ਨਹੀਂ ਜਿਸ ਨੂੰ ਦੇਖ ਸਕਦੀ। ਹਰ ਨਾਮ ਹਮਾਰਾ ਪ੍ਰਭ ਅਵਗਾਤਾ ਗੋਚਰ, ਅਬਨਾਸੀ ਪੁਰਖ ਵਿਧਾਤਾ, ਜਿਹੜਾ ਅਬਨਾਸੀ ਸਦਾ ਰਹਿਣ ਵਾਲਾ, ਫਿਰ ਅਕਾਲ ਪੁਰਖ ਹੈ, ਫਿਰ ਵਿਧਾਤਾ ਕਰਮਾਂ ਅਨੁਸਾਰ ਫਲ ਦੇਣ ਵਾਲਾ। ਜਿਸ ਤਰ੍ਹਾਂ ਦੇ ਕਿਸੇ ਨੇ ਕਰਮ ਕੀਤੇ ਉਸੇ ਤਰ੍ਹਾਂ ਦਾ ਨੂੰ ਫਲ ਦੇਣ ਦੀ ਸਮਰੱਥਾ ਅਕਾਲ ਪੁਰਖ 'ਚ। ਕਹਿੰਦੇ ਉਹ ਅਬਨਾਸੀ, ਉਹ ਅਕਾਲ ਪੁਰਖ ਵਾਹਿਗੁਰੂ, ਉਹ ਫਲ ਵਰਦਾਤਾ, ਉਸ ਦਾ ਨਾਮ ਗੁਰੂ ਦੀ ਕਿਰਪਾ ਨਾਲ ਸਾਨੂੰ ਪ੍ਰਾਪਤ ਹੋਇਆ। ਹਰ ਨਾਮ ਹਮ ਸਰੇਵੈ, ਹਰ ਨਾਮ ਹਮ ਪੂਜੈ। ਇਸ ਲਈ ਕਹਿੰਦੇ ਬਸ ਹੁਣ ਉਸੇ ਦਾ ਨਾਮ ਅਸੀਂ ਸੇਵਦੇ ਹਾਂ
ਉਸੇ ਦੇ ਨਾਮ ਦੀ ਪੂਜਾ ਕਰਦੇ। ਹਰ ਨਾਮੇ ਹੀ ਮਨ ਰਾਤਾ। ਹੁਣ ਕਹਿੰਦੇ ਸਾਡਾ ਮਨ ਪਰਮੇਸ਼ਰ ਦੇ ਨਾਮ ਰੰਗ 'ਚ ਰੰਗਿਆ ਰਹਿੰਦਾ, ਕਿਉਂਕਿ ਗੁਰੂ ਦੀ ਕਿਰਪਾ ਨਾਲ ਪਰਮੇਸ਼ਰ ਦਾ ਨਾਮ ਮਿਲਿਆ। ਹੁਣ ਉਸ ਨਾਮ ਦੀ ਪੂਜਾ ਕਰਦੇ, ਉਸ ਨਾਮ ਦੀ ਸੇਵਾ ਕਰਦੇ, ਉਹਨੂੰ ਸੇਵਦੇ ਆ, ਉਸੇ ਨਾਮ ਵਿੱਚ ਹੀ ਮਨ ਰੰਗਿਆ ਰਹਿੰਦਾ। ਹਰ ਨਾਮੈ ਜੇਵੜ ਕੋਈ ਅਵਰ ਨਾ ਸੂਝੈ। ਕਹਿੰਦੇ ਪ੍ਰਮਾਤਮਾ ਦੇ ਨਾਮ ਵਰਗਾ ਸਾਨੂੰ ਹੋਰ ਕੁਝ ਸੁਝਦਾ ਹੀ ਨਹੀਂ, ਕੁਝ ਉਹਦੇ ਬਰਾਬਰ ਲੱਗਦਾ ਨਹੀਂ ਹੈ। ਪ੍ਰਮਾਤਮਾ ਦੇ ਨਾਮ ਵਰਗੀ ਬਖਸ਼ਿਸ਼ ਹੋਰ ਕਿਤੋਂ ਮਿਲਦੀ ਨਹੀਂ। ਹਰ ਨਾਮੈ ਜੇਵੜ ਕੋਈ ਅਵਰ ਨਾ ਸੂਝੈ, ਹਰ ਨਾਮੋ ਅੰਤ ਛਡਾਤਾ। ਇਹ ਪਤਾ ਲੱਗ ਗਿਆ ਵੀ ਹਰੀ ਦੇ ਨਾਮ ਨੇ ਅੰਤ ਛਡਾਉਣਾ। ਗੁਰਮੁਖੋ, ਅੰਤ ਨੂੰ ਛੁਟਕਾਰਾ ਪ੍ਰਮਾਤਮਾ ਦੇ ਨਾਮ ਨੇ ਕਰਾਉਣਾ। ਕਹਿੰਦੇ ਇਸ ਕਰਕੇ ਪ੍ਰਮਾਤਮਾ ਦੇ ਨਾਮ ਬਰਾਬਰ ਕੁਝ ਸੁੱਝ ਨਹੀਂ ਰਿਹਾ। ਹਰ ਨਾਮ ਦੀਆ ਗੁਰ ਪਰਉਪਕਾਰੀ। ਕਹਿੰਦੇ ਗੁਰੂ ਸਾਹਿਬ ਜੀ ਨੇ ਪਰਉਪਕਾਰ ਕਰਕੇ ਨਾਮ ਦਿੱਤਾ ਹੈ, ਤਰਸ ਕਰਕੇ, ਰਹਿਮਤ ਕਰਕੇ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਨਾਮ ਦੀ ਜਿਹੜੀ ਬਖਸ਼ਿਸ਼ ਕੀਤੀ ਨਾ, ਭਾਈ ਗੁਰਦਾਸ ਜੀ ਕਹਿੰਦੇ ਬਾਬੇ ਪਹਿਲੋਂ ਪਾਇਆ ਬਖਸ਼ਦਾਰ, ਪਿੱਛੋਂ ਦੇ ਫਿਰ ਘਾਲ ਕਮਾਈ। ਰੇ ਤੱਕ ਹਾਰ ਕਰ ਰੂੜਾਂ ਦੀ ਗੁਰ ਕਰੀ ਵਿਛਾਈ, ਭਾਰੀ ਕਰੀ ਤਪੱਸਿਆ। ਵੱਡੇ ਭਾਗ ਹਰਸਿਓ ਬਣ ਆਈ, ਬਾਬਾ ਪੈਦਾ ਸੱਚਖੰਡ, ਨੌ ਨਿਧ ਨਾਮ ਗਰੀਬੀ ਪਾਈ। ਕਹਿੰਦੇ ਸੱਚਖੰਡ ਵਿੱਚੋਂ ਨਾਮ ਦੀ ਦਾਤ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਲਿਆ ਕੇ ਦਿੱਤੀ। ਉਸ ਨਾਮ ਦੀ ਬਰਕਤ ਹੈ ਵੀ ਨੌ ਨਿਧੀਆਂ ਪਿੱਛੇ ਪਿੱਛੇ ਤੁਰੀਆਂ ਫਿਰਦੀਆਂ। ਪਰ ਉਹ ਟਿਕਿਆ ਕਿੱਥੇ, ਟਿਕੇਗਾ ਕਿੱਥੇ? ਜਿਨ੍ਹਾਂ ਦੇ ਹਿਰਦੇ 'ਚ ਗਰੀਬੀ ਹੁੰਦੀ। ਹਿਰਦੇ ਦੀ ਗਰੀਬੀ ਦਾ ਮਤਲਬ ਹੁੰਦਾ ਹਿਰਦੇ ਦੀ ਨਿਮਰਤਾ, ਨਿਰਮਲਤਾ, ਪਵਿੱਤਰਤਾ, ਪਰਉਪਕਾਰ। ਜਿਨ੍ਹਾਂ ਕੋਲ ਹਿਰਦੇ ਦੀ ਗਰੀਬੀ ਹੈ, ਉੱਥੇ ਹੀ ਨਾਮ ਦਾ ਟਿਕਾ ਹੋਣਾ, ਟਿਕਾਣਾ ਹੀ ਉੱਥੇ ਕਰਨਾ। ਕਰ ਕਿਰਪਾ ਜਿਸ ਕੇ ਹਿਰਦੇ ਗਰੀਬੀ ਵਸਾਵੈ, ਨਾਨਕ ਇਹਾਂ ਸੁਖ ਆਗੇ ਮੁਕਤ ਪਾਵੇ। ਕਹਿੰਦੇ ਉਹ ਪ੍ਰਮਾਤਮਾ ਕਿਰਪਾ ਕਰਕੇ ਜਿਨ੍ਹਾਂ ਦੇ ਹਿਰਦੇ ਨੂੰ ਪਵਿੱਤਰ ਕਰ ਦਿੰਦਾ ਹੈ, ਉਹਨਾਂ ਨੂੰ ਇੱਥੇ ਵੀ ਸੁਖ ਹੈ, ਅੱਗੇ ਵੀ ਸਾਧ ਸੰਗਤ ਜੀ ਉਹਨਾਂ ਨੂੰ ਸੁਖ। ਹਰ ਨਾਮੈ ਜੇਵੜ ਕੋਈ ਅਵਰ ਨਾ ਸੂਝੈ, ਹਰ ਨਾਮੋ ਅੰਤ ਛਡਾਤਾ। ਪਤਾ ਲੱਗ ਗਿਆ ਅੰਤ ਨੂੰ ਛੁਟਕਾਰਾ ਇਸੇ ਨਾਮ ਨਹੀਂ ਕਰਵਾਉਣਾ। ਹਰ ਨਾਮ ਦੀ ਆ ਗੁਰ ਪਰਉਪਕਾਰੀ। ਕਹਿੰਦੇ ਗੁਰੂ ਸਾਹਿਬ ਨੇ ਪਰਉਪਕਾਰ ਕੀਤਾ, ਇਹ ਨਾਮ ਦੀ ਦਾਤ ਦਿੱਤੀ, ਕਿਉਂਕਿ ਗੁਰੂ ਸਾਹਿਬ ਦਾ ਸੁਭਾਅ ਹੁੰਦਾ ਪਰਉਪਕਾਰ ਕਰਨਾ, ਗੁਣ ਹੈ ਉਹਨਾਂ ਦਾ, ਬਿਰਧ ਹੈ। ਧੰਨ ਧੰਨ ਗੁਰੂ ਕਾ ਪਿਤਾ ਮਾਤਾ। ਇਸ ਲਈ ਕਹਿੰਦੇ ਧੰਨ ਗੁਰੂ ਸਾਹਿਬ ਨੇ, ਧੰਨ ਗੁਰੂ ਸਾਹਿਬ ਜੀ ਦੇ ਪਿਤਾ ਜੀ ਔਰ ਉਹਨਾਂ ਦੇ ਮਾਤਾ ਜੀ ਵੀ ਧੰਨ। ਧੰਨ ਧੰਨ ਪਿਤਾ, ਧੰਨ ਧੰਨ ਕੁਲ, ਧੰਨ ਧੰਨ ਜਨਨੀ ਜਿਨ ਗੁਰੂ ਜਣਿਆ ਮਾਏ। ਕਹਿੰਦੇ ਗੁਰੂ ਦੇ ਮਾਤਾ ਪਿਤਾ ਵੀ ਧੰਨ ਨੇ, ਉਹਨਾਂ ਦੀ ਕੋਲ ਵੀ ਧੰਨ ਹੈ। ਹਾਂ ਸਤਿਗੁਰੂ ਆਪਣੇ ਕੋ ਸਦਾ ਨਮਸਕਾਰੀ। ਕਹਿੰਦੇ ਅਸੀਂ ਆਪਣੇ ਸਤਿਗੁਰੂ ਨੂੰ ਸਦਾ ਨਮਸਕਾਰ ਕਰਦੇ, ਸਦਾ ਹੀ ਆਪਣੇ ਸਤਿਗੁਰੂ ਨੂੰ ਨਮਸਕਾਰ ਕਰਦੇ। ਜਿਤ ਮਿਲਿਆ ਹਰ ਨਾਮ ਮੈਂ ਜਾਤਾ। ਕਹਿੰਦੇ ਜਿਨ੍ਹਾਂ ਦੇ ਮਿਲਣ ਕਰਕੇ ਸਾਨੂੰ ਨਾਮ ਦੀ ਸੋਝੀ ਆਈ। ਪਹਿਲਾਂ ਤਾਂ ਜਾਣਦੇ ਹੀ ਨਹੀਂ ਸਾਂ ਨਾਮ ਕੀ ਹੁੰਦਾ, ਨਾਮ ਦਾ ਮਤਲਬ ਕੀ। ਇਸ ਲਈ ਕਹਿੰਦੇ ਗੁਰੂ ਨੂੰ ਨਮਸਕਾਰ ਕਰਦੇ ਹਾਂ ਜਿਨ੍ਹਾਂ ਦੀ ਕਿਰਪਾ ਕਰਕੇ ਪ੍ਰਮਾਤਮਾ ਦੇ ਨਾਮ ਦੀ ਪ੍ਰਾਪਤੀ ਹੋਈ ਔਰ ਨਾਮ ਦੀ ਵਡਿਆਈ ਦਾ ਪਤਾ ਲੱਗਾ, ਨਾਮ ਦੀ ਮਹਾਨਤਾ ਦੇ ਬਾਰੇ ਸੋਝੀ ਆਈ। ਇਸ ਲਈ ਕਹਿੰਦੇ ਸਾਡਾ ਮੱਥਾ ਆਪਣੇ ਗੁਰੂ ਨੂੰ ਟਿਕਦਾ ਔਰ ਸਦਾ। ਕਬੀਰ ਸਾਹਿਬ ਦਾ ਇੱਕ ਬਚਨ ਸਾਧ ਸੰਗਤ ਜੀ ਗੁਰਮੁਖ ਸੁਣਾਉਂਦੇ। ਇੱਕ ਦੋਹਰਾ ਕਬੀਰ ਸਾਹਿਬ ਦਾ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿੱਚ ਤਾਂ ਨਹੀਂ ਹੈ, ਕਿਉਂਕਿ ਕਬੀਰ ਸਾਹਿਬ ਜੀ ਦੇ ਬਹੁਤ ਸਾਰੇ ਬਚਨ, ਸ਼ਬਦ, ਸ਼ਲੋਕ ਮਹਾਰਾਜ ਜੀ ਦੀ ਬਾਣੀ 'ਚ ਹੈਗੇ ਨੇ, ਪਰ ਕਬੀਰ ਸਾਹਿਬ ਜੀ ਦੇ ਬਹੁਤ ਸਾਰੇ ਬਚਨ ਬਾਹਰ ਵੀ ਹੈਗੇ ਨੇ। ਉਹ ਇੱਕ ਬਾਹਰਲਾ ਬਚਨ ਹੈ। ਕਬੀਰ ਸਾਹਿਬ ਕਹਿੰਦੇ ਗੁਰ ਪਰਮੇਸ਼ਰ ਦੋ ਖੜੇ ਕਿਸਕੇ ਲਾਗੋਂ ਪਾਏ, ਬਲਹਾਰੀ ਗੁਰ ਆਪਣੇ ਜਨ ਹਰ ਪ੍ਰਭ ਦੀ ਆ ਦਿਖਾਏ। ਉਹ ਕਹਿੰਦੇ ਪ੍ਰਮਾਤਮਾ ਤੇ ਮੇਰਾ ਗੁਰੂ ਦੋਨੋਂ ਇਕੱਠੇ ਖੜੇ ਹੋਣ, ਮੇਰਾ ਗੁਰੂ ਤੇ ਮੇਰਾ ਰੱਬ ਦੋਨੋਂ ਇਕੱਠੇ ਖੜੇ ਹੋਣ, ਤੇ ਮੈਨੂੰ ਪਹਿਲਾਂ ਕਿਹਨਾਂ ਦੇ ਚਰਨਾਂ ਤੇ ਮੱਥਾ ਟੇਕਣਾ ਚਾਹੀਦਾ? ਇਹ ਸਵਾਲ ਹੈ, ਪ੍ਰਸ਼ਨ ਆਪ ਹੀ ਕਬੀਰ ਸਾਹਿਬ ਕਰਦੇ। ਉਹ ਕਹਿੰਦੇ ਗੁਰ ਪਰਮੇਸ਼ਰ ਦੋ ਖੜੇ ਕਿਸਕੇ ਲਾਗੋਂ ਪਾਏ। ਕਿਸ ਦੇ ਚਰਨੀ ਮੈਨੂੰ ਲੱਗਣਾ ਚਾਹੀਦਾ? ਪਹਿਲਾਂ ਮੱਥਾ ਕਿਹਨੂੰ ਟੇਕਣਾ ਚਾਹੀਦਾ? ਜੇ ਪ੍ਰਮਾਤਮਾ ਤੇ ਮੇਰਾ ਗੁਰੂ ਦੋਨੋਂ ਬਰਾਬਰ ਖੜੇ ਦਿਸ ਪੈਣ, ਕਹਿੰਦੇ ਕਿਹਨੂੰ ਪਹਿਲਾਂ ਮੱਥਾ ਟੇਕਾਂ ਭਾਈ?
ਰੱਬ ਨੂੰ ਜਾਂ ਗੁਰੂ ਨੂੰ? ਫਿਰ ਆਪ ਹੀ ਕਹਿੰਦੇ ਬਲਿਹਾਰੀ ਗੁਰ ਆਪਣੇ ਜਿਨ ਹਰ ਪ੍ਰਭ ਦੀਆ ਦਿਖਾਏ। ਕਹਿੰਦੇ ਮੈਂ ਤਾਂ ਆਪਣੇ ਗੁਰੂ ਨੂੰ ਹੀ ਪਹਿਲਾਂ ਮੱਥਾ ਟੇਕਾਂਗਾ, ਕਿਉਂਕਿ ਉਹਦੀ ਕਿਰਪਾ ਨਾਲ ਪਰਮੇਸ਼ਰ ਦਿਸਿਆ, ਉਵੇਂ ਤਾਂ ਦਿਸਣਾ ਹੀ ਨਹੀਂ ਸੀ, ਆਪਣੇ ਆਪ ਤਾਂ ਦਿਸਣਾ ਹੀ ਨਹੀਂ ਸੀ ਉਹਨੇ। ਜੇ ਪਰਮਾਤਮਾ ਖੜਾ ਮੈਨੂੰ ਮੇਰੇ ਅਨੁਭਵ ਚ ਆਇਆ, ਮੈਨੂੰ ਦਰਸ਼ਨ ਦਿੱਤੇ, ਇਹ ਸਾਰੀ ਬਖਸ਼ਿਸ਼ ਮੇਰੇ ਗੁਰੂ ਦੀ ਸੀ, ਇਸ ਕਰਕੇ ਪਹਿਲਾਂ ਮੱਥਾ ਮੈਂ ਆਪਣੇ ਗੁਰੂ ਨੂੰ ਹੀ ਟੇਕਾਂਗਾ। ਮਹਾਰਾਜ ਦਾ ਬਚਨ ਚੌਥੇ ਪਾਤਸ਼ਾਹ ਜੀ ਦਾ, ਹਾਂ ਸਤਿਗੁਰ ਆਪਣੇ ਕੋ ਸਦਾ ਨਮਸਕਾਰੀ। ਕਹਿੰਦੇ ਅਸੀਂ ਆਪਣੇ ਸਤਿਗੁਰੂ ਨੂੰ ਸਦਾ ਨਮਸਕਾਰ ਕਰਦੇ, ਸਾਡੀ ਸਦਾ ਦੀ ਨਮਸਕਾਰ ਆਪਣੇ ਗੁਰੂ ਨੂੰ ਆ। ਜਿਤ ਮਿਲਿਆ ਹਰ ਨਾਮ ਮੈਂ ਜਾਤਾ, ਜਿਸ ਗੁਰੂ ਦੇ ਮਿਲਣ ਕਰਕੇ ਮੈਨੂੰ ਨਾਮ ਬਾਰੇ ਗਿਆਨ ਹੋਇਆ, ਨਹੀਂ ਤੇ ਨਹੀਂ ਸੀ ਪਤਾ। ਜਿਸ ਗੁਰੂ ਦੀ ਕਿਰਪਾ ਕਰਕੇ ਮੈਨੂੰ ਪਤਾ ਲੱਗਾ ਨਾਮ ਦੀ ਏਡੀ ਵੱਡੀ ਮਹਾਨਤਾ। ਨਾਨਕ ਕਾ ਘਰ ਕੇਵਲ ਨਾਮ, ਇਹ ਸੋਝੀ, ਇਹ ਨਾਮ ਦੀ ਦਾਤ, ਪਰਮੇਸ਼ਰ ਦੇ ਨਾਮ ਦੀ ਦਾਤ ਗੁਰੂ ਸਾਹਿਬ ਨੇ ਬਖਸ਼ੀ। ਇਸ ਕਰਕੇ ਕਹਿੰਦੇ ਸਾਡਾ ਮੱਥਾ ਗੁਰੂ ਨੂੰ ਟੇਕਦਾ ਭਾਈ ਗੁਰਮੁਖੋ, ਨਹੀਂ ਤੇ ਕਿੱਥੋਂ ਸੋਝੀ ਆਉਣੀ ਸੀ। ਕਿਉਂਕਿ ਨਾਮ ਤੋਂ ਬਿਨਾਂ ਪਾਰ ਉਤਾਰਾ ਨਹੀਂ, ਔਰ ਨਾਮ ਦੇ ਦਾਤੇ ਸਿਰਫ ਗੁਰੂ ਸਾਹਿਬ ਨੇ। ਆਪਣੇ ਆਪ ਕਿਤੋਂ ਨਾਮ ਦੀ ਪ੍ਰਾਪਤੀ ਨਹੀਂ ਹੋਣੀ, ਤੇ ਪੂਰੇ ਗੁਰੂ ਤੋਂ ਬਿਨਾਂ ਕੋਈ ਦੇ ਨਹੀਂ ਸਕਦਾ, ਭਾਵੇਂ ਲੋਕ ਦਿੰਦੇ ਫਿਰਦੇ। ਲੋਕ ਢੌਂਗ ਰਚਦੇ ਆ, ਕਿਉਂ ਕੋਈ ਕਹਿੰਦਾ ਮੈਂ ਕਿਤੋਂ ਨਾਮ ਲਿਆ, ਕੋਈ ਕਹਿੰਦਾ ਕਿਤੋਂ ਨਾਮ ਲਿਆ, ਉਹ ਵੀ ਤਾਂ ਨਾਮ ਹੀ ਹੈ। ਪਰ ਪੂਰੇ ਗੁਰੂ ਤੋਂ ਬਿਨਾਂ ਨਾ ਕੋਈ ਨਾਮ ਦੇ ਸਕਦਾ, ਤੇ ਨਾ ਪੂਰੇ ਗੁਰੂ ਦੇ ਦਿੱਤੇ ਨਾਮ ਤੋਂ ਬਿਨਾਂ ਪਾਰ ਉਤਾਰਾ ਹੀ ਗੁਰਮੁਖੋ। ਸ਼ਲੋਕ ਮਹੱਲਾ ਤੀਜਾ, ਗੁਰਮੁਖ ਸੇਵਨਾ ਕੀਨੀਆਂ ਹਰ ਨਾਮ ਨਾ ਲੱਗੋ ਪਿਆਰ। ਕਹਿੰਦੇ ਜਿਹਨੇ ਗੁਰੂ ਦੀ ਸੇਵਾ ਕਦੇ ਨਹੀਂ ਕੀਤੀ, ਕਦੇ ਨਾਮ ਨਾਲ ਪਿਆਰ ਨਹੀਂ ਲੱਗਾ ਉਹਦਾ, ਕਦੇ ਸੇਵਾ ਨਹੀਂ ਕੀਤੀ। ਕਿਉਂਕਿ ਕਈ ਵਾਰੀ ਸੁਭਾਅ ਹੀ ਇਦਾਂ ਦਾ ਹੁੰਦਾ। ਕਬੀਰ ਸਾਹਿਬ ਦੇ ਬਚਨ ਨਾ, ਉਹ ਕਹਿੰਦੇ ਕਬੀਰ ਜਹ ਘਰ ਸਾਧ ਨਾ ਸੇਵੀਐ, ਹਰ ਕੀ ਸੇਵਾ ਨਾ ਹੈ, ਤੇ ਘਰ ਮਰਹੜ ਸਾਰਖੇ ਭੂਤ ਵਸੈ ਤਿੰਨ ਮਾਹੇ। ਕਹਿੰਦੇ ਉਸ ਘਰ 'ਚ ਬੰਦੇ ਥੋੜ੍ਹੇ ਵਸਦੇ, ਤੇ ਭੂਤਾਂ ਦਾ ਹੀ ਵਾਸਾ ਸਮਝੋ ਤੁਸੀਂ। ਜਿੱਥੇ ਕਦੀ ਗੁਰੂ ਦੀ ਪਰਮਾਤਮਾ ਦੀ ਗੱਲ ਹੀ ਨਹੀਂ ਚੱਲਣੀ, ਜਿਹਨੇ ਕਦੀ ਮੱਥਾ ਨਹੀਂ ਟੇਕਿਆ, ਕਦੇ ਕਿਸੇ ਸਾਧੂ ਦਾ ਸਤਿਕਾਰ ਨਹੀਂ ਕੀਤਾ। ਕਬੀਰ ਜਹ ਘਰ ਸਾਧ ਨਾ ਸੇਵੀਐ, ਹਰ ਕੀ ਸੇਵਾ ਨਾ, ਜਿੱਥੇ ਪਰਮਾਤਮਾ ਦਾ ਚਰਚਾ ਹੀ ਨਹੀਂ ਕਦੀ ਚੱਲਣਾ। ਕਹਿੰਦੇ ਉਸ ਘਰ ਵਿੱਚ ਤੇ ਘਰ ਮਰਹੜ ਸਾਰਖੇ ਭੂਤ ਵਸੈ ਤਿੰਨ ਮਾਹੇ। ਕਹਿੰਦੇ ਬੰਦੇ ਨਹੀਂ, ਭੂਤ ਹੀ ਵਸੀ ਜਾਂਦੇ ਉੱਥੇ, ਜਿੱਥੇ ਕਦੇ ਪਰਮਾਤਮਾ ਦੀ ਗੱਲ ਹੀ ਨਾ ਚੱਲੇ। ਹੁਣ ਸ਼ਬਦ ਆ ਗਿਆ, ਗੁਰਮੁਖ ਸੇਵਨਾ ਕੀਨੀਆਂ ਹਰ ਨਾਮ ਨਾ ਲੱਗੋ ਪਿਆਰ। ਕਹਿੰਦੇ ਜਿਹਨੇ ਕਦੇ ਗੁਰੂ ਦੀ ਸੇਵਾ ਨਹੀਂ ਕੀਤੀ, ਕਦੇ ਨਾਮ ਨਾਲ ਪਿਆਰ ਨਹੀਂ, ਕਦੇ ਮਨ 'ਚ ਉਤਸ਼ਾਹ ਪੈਦਾ ਨਹੀਂ ਹੋਇਆ ਵੀ ਚਲੋ 5 ਮਿੰਟ ਮੈਂ ਵੀ ਵਾਹਿਗੁਰੂ ਵਾਹਿਗੁਰੂ ਕਰ ਲਾਂ ਭਾਈ, ਇੰਨਾ ਵੀ ਪਿਆਰ ਮਨ 'ਚ ਨਹੀਂ ਹੈਗਾ। ਕੋਈ 5-7 ਮਿੰਟ ਜਾਪ ਹੀ ਲਈਏ। ਸ਼ਬਦ ਸਾਧਨਾ ਆਇਓ ਮਰ ਜਨਮੈ ਵਾਰੋ ਵਾਰ। ਕਹਿੰਦੇ ਉਸ ਨੂੰ ਸ਼ਬਦ ਦਾ ਰਸ, ਸ਼ਬਦ ਦਾ ਸਵਾਦ ਕਦੇ ਨਹੀਂ ਆਉਣਾ। ਮਰੇਗਾ ਜੰਮੇਗਾ, ਤੇ ਵਾਰ-ਵਾਰ ਮਰੇਗਾ ਜੰਮੇਗਾ। ਇਹ ਕੋਈ 1-2 ਵਾਰੀ ਦੀ ਖੇਡ ਨਹੀਂ ਹੈ। ਜੇ ਸੇਵਾ 'ਚ ਕਦੇ ਨਹੀਂ ਨਾ ਲਾਇਆ ਆਪਣਾ ਸਰੀਰ, ਕਹਿੰਦੇ ਕਦੇ ਵੀ ਸ਼ਬਦ 'ਚੋਂ ਰਸ ਨਹੀਂ ਆ ਸਕਦਾ। ਸ਼ਬਦ ਸਾਧਨਾ ਆਇਓ। ਜੇ ਮੰਨ ਲਓ ਕਥਾ ਕੀਰਤਨ 'ਚੋਂ ਕਿਸੇ ਨੂੰ ਰਾਸ ਆਉਂਦਾ, ਸਮਝ ਲਓ ਕਿਰਪਾ ਮਹਾਰਾਜ ਦੀ, ਨਹੀਂ ਤੇ ਮੱਥਾ ਸਾਥ ਨਾ ਦੇਵੇ ਤੇ ਬਿਲਕੁਲ ਰਸ ਨਹੀਂ। ਤਾਂ ਪਾਸੇ ਜੇ ਮਾਰ ਕੇ ਅਗਲਾ ਉੱਠ ਕੇ ਗਾਂਹ ਚੱਲ ਜਾਂਦਾ, ਕਿਉਂਕਿ ਉਹ ਕੋਈ ਰਾਸ ਹੀ ਨਹੀਂ ਆਉਂਦਾ। ਰਾਸ ਨਹੀਂ ਤੇ ਬੈਠਣਾ ਕਿਨੇ ਭਾਈ? ਬਿਨਾਂ ਬਦੋਬਦੀ ਕਿੰਨੀ ਕੁ ਦੇਰ ਬੈਠ ਸਕਦਾ ਕੋਈ? ਕਿਹਨੂੰ ਬਿਠਾਵਾਂਗੇ ਆਪਾਂ ਬਦੋਬਦੀ? ਆਨੰਦ ਆਵੇਗਾ ਤੇ ਬੰਦਾ ਬੈਠ ਸਕਦਾ। ਮੈਂ ਤਾਂ ਉਹ ਵੀ ਗੁਰਮੁਖ ਦੇਖੇ ਜਿਹੜੇ ਅੱਤ ਦੀ ਗਰਮੀ ਵਿੱਚ 6-6 ਘੰਟੇ, ਜਿੰਨੀ ਦੇਰ ਸਮਾਗਮ ਚੱਲੀ ਗਿਆ ਉਨੀ ਦੇਰ ਉੱਠਿਆ ਹੀ ਨਹੀਂ। ਮੈਂ ਅੱਖੀਂ ਦੇਖਿਆ ਐਸੇ ਗੁਰਮੁਖਾਂ ਨੂੰ, ਹੈਰਾਨ ਹੋ ਜਾਈਦਾ ਸੀ ਵੀ ਇਹ ਕਿਹੜੇ ਆਨੰਦ 'ਚ ਬੈਠੇ। ਇੰਨੀ ਗਰਮੀ, ਕਣਕਾਂ ਦੀਆਂ ਵਾਢੀਆਂ ਦੇ ਦਿਨ, ਪੱਖੇ ਦੀ ਹਵਾ ਵੀ ਕੁਝ ਨਹੀਂ ਕਰਦੀ ਉੱਥੇ, ਪਰ ਇੱਕ ਵਾਰ ਮੱਥਾ ਟੇਕ ਕੇ ਬੈਠ ਗਏ, ਜਿੰਨੀ ਦੇਰ ਪ੍ਰਮਾਤਮਾ ਦਾ ਜਸ ਚੱਲੀ ਗਿਆ ਉਨੀ ਦੇਰ ਉਹਨਾਂ ਨੇ ਪਾਸਾ ਹੀ ਨਹੀਂ ਹਿਲਾਇਆ। ਐਸਾ ਆਨੰਦ ਆਉਂਦਾ, ਕਿਉਂਕਿ ਉਹ ਸ਼ਬਦ ਵਿੱਚ ਕੋਈ ਰਾਸ ਹੈ ਗੁਰਮੁਖੋ। ਉਵੇਂ ਨਹੀਂ ਬੈਠਾ, ਧੱਕੇ ਨਾਲ ਕਿੰਨੀ ਕੁ ਦੇਰ ਬੰਦਾ ਬੈਠੇਗਾ? ਹੌਲੀ ਹੌਲੀ ਸ਼ਬਦ 'ਚੋਂ ਰਾਸ ਆਉਣ ਲੱਗ ਪੈਂਦਾ, ਤਾਂ ਆਪਾਂ ਬੈਠ ਸਕਦੇ ਹਾਂ, ਉਵੇਂ ਨਹੀਂ। ਪਰ ਕਹਿੰਦੇ ਗੁਰਮੁਖੋ ਜਿਹੜਾ ਇਸ ਪਾਸੇ ਮੁੜਿਆ ਹੀ ਨਹੀਂ, ਸ਼ਬਦੇ ਸਾਧਨਾ ਆਇਓ, ਉਹਨੂੰ ਕਦੇ ਵੀ ਸ਼ਬਦ ਦੀ ਗੱਲ 'ਚੋਂ ਸਵਾਦ ਨਹੀਂ ਆਉਣਾ। ਬਲਕਿ ਉਹਦੇ ਕੰਨ 'ਚ ਜਦੋਂ
ਵਡਿਆਈ ਦੀ ਕੋਈ ਸ਼ਬਦ ਦੀ ਗੱਲ ਪਈ, ਮਹਾਰਾਜ ਕਹਿੰਦੇ ਨੇ ਨਾਮ ਸੁਣਤ ਜਨ ਬਿਛੂ ਡਸਨ। ਕਹਿੰਦੇ ਉਹਨੂੰ ਤਾਂ ਐ ਹੁੰਦਾ ਜਿਵੇਂ ਬਿਛੂ ਨੇ ਡੰਗ ਮਾਰਤਾ। ਉਹ ਕਹਿੰਦੇ ਤੂੰ ਕਿਹੜੀ ਗੱਲ ਸ਼ੁਰੂ ਕਰ ਲਈ, ਛੱਡ ਖੜਾ ਇਹ ਕਿਸੇ ਨੇ ਦੇਖਿਆ ਰੱਬ? ਐਵੇਂ ਗੱਲਾਂ ਹੀ ਬਣੀਆਂ। ਐਸੇ ਖੋਟੇ ਭਾਗਾਂ ਵਾਲੇ ਦੇ ਕੰਨ 'ਚ ਨਾਮ ਦੀ ਗੱਲ ਪੈ ਜਾਏ ਨਾ, ਪਰਮੇਸ਼ਰ ਦੀ ਵਡਿਆਈ ਦੀ ਕੋਈ ਗੱਲ ਪੈ ਜਾਏ, ਤੇ ਮਹਾਰਾਜ ਦੇ ਬਚਨ ਹੈ, ਕਹਿੰਦੇ ਇੰਜ ਹੁੰਦਾ ਜਿਵੇਂ ਇਹਨੂੰ ਬਿਛੂ ਨੇ ਡੰਗ ਮਾਰਤਾ। ਹਾਂ, ਉਹਨੂੰ ਗੰਦ ਬੰਦ ਸੁਣਾਈ ਜਾਓ ਤੇ ਭਾਵੇਂ ਰਾਤ ਦੇ 2:30 ਵਜੇ ਤੱਕ ਬੈਠਾ ਰਹੇ, ਕੋਈ ਸੁਸਤੀ ਨਹੀਂ ਪੈਣੀ ਉਹਨੂੰ। ਪਰ ਗੁਰੂ ਦੀ ਗੱਲ ਸ਼ੁਰੂ ਕਰ ਦਿਓ ਤੇ ਸਿਰ ਕੰਧ ਨਾਲ ਵੱਜਦਾ ਜਾ ਕੇ 5-5 ਮਿੰਟ ਬਾਅਦ। ਕਿਉਂਕਿ ਉਹ ਖੁਰਾਕ ਹੀ ਨਹੀਂ ਹੈਗੀ, ਉਹਦੀ ਸੁਭਾਅ ਨਹੀਂ ਐਸਾ ਬਣਿਆ, ਉਹਦੇ ਚੋਂ ਰਸ ਨਹੀਂ ਆਉਂਦਾ, ਉਹ ਚੋਂ ਕੋਈ ਸਵਾਦ ਨਹੀਂ ਆ ਰਿਹਾ। ਤੇ ਹੁਣ ਇਹ ਤੀਸਰੇ ਪਾਤਸ਼ਾਹ ਦਾ ਬਚਨ ਹੈ, ਸ਼ਬਦੈ ਸਾਧ ਨਾ ਆਇਓ। ਸਾਧ ਦਾ ਅਰਥ ਹੁੰਦਾ ਸਵਾਦ। ਕਹਿੰਦੇ ਸ਼ਬਦ ਦੀ ਗੱਲ ਜਿੱਥੇ ਚੱਲੇ ਉੱਥੋਂ ਉਹਨੂੰ ਰਸ ਨਹੀਂ ਆਉਂਦਾ। ਫਿਰ ਮਰ ਜਨਮੈ ਵਾਰੋ ਵਾਰ। ਕਹਿੰਦੇ ਇਹੋ ਜਿਹੇ ਲੋਕਾਂ ਦਾ ਵਾਰ-ਵਾਰ ਦਾ ਜੰਮਣਾ ਮਰਨਾ ਚੱਲੀ ਜਾਂਦਾ। ਫਿਰ ਕਿਉਂਕਿ ਮਹਾਰਾਜ ਦੀ ਵਡਿਆਈ ਜਿਹੜੀ ਚੰਗੀ ਨਹੀਂ ਲੱਗਦੀ, ਐਸਾ ਸੁਭਾਅ ਨਹੀਂ ਹੁੰਦਾ। ਕੋਈ ਕਥਾ ਚੋਂ, ਕੀਰਤਨ ਵਿੱਚੋਂ, ਗੁਰੂ ਸਾਹਿਬ ਜੀ ਦੀ ਵਡਿਆਈ ਚੋਂ ਕੋਈ ਰਸ ਆਵੇ, ਇਹ ਸੁਭਾਅ ਹੀ ਨਹੀਂ ਬਣਿਆ। ਮਨਮੁਖ ਅੰਧ ਨ ਚੇਤਈ ਕਿਤ ਆਇਆ ਸੰਸਾਰ। ਕਹਿੰਦੇ ਉਸ ਮਨਮੁਖ ਨੇ ਜਿਹਨੇ ਕਦੀ ਚੇਤੇ ਨਹੀਂ ਕੀਤਾ ਪ੍ਰਮਾਤਮਾ ਨੂੰ, ਲੈਣ ਕੀ ਆਇਆ ਉਸ ਦੁਨੀਆ ਤੇ, ਦੱਸੋ। ਇਹ ਤੀਸਰੇ ਪਾਤਸ਼ਾਹ ਦਾ ਬਚਨ ਹੈ ਨਾ, ਮਨਮੁਖ ਅੰਧ ਨ ਚੇਤਈ ਕਿਤ ਆਇਆ ਸੰਸਾਰ। ਇਹਦੇ ਨਾਲ ਦਾ ਹੀ ਇੱਕ ਬਚਨ ਚੌਥੇ ਪਾਤਸ਼ਾਹ ਜੀ ਦਾ ਵੀ ਹੈ, ਗੁਰੂ ਰਾਮਦਾਸ ਜੀ ਦਾ। ਉਹ ਕਹਿੰਦੇ ਜਿਨੀ ਐਸਾ ਹਰ ਨਾਮ ਨਾ ਚੇਤੇ ਉਸੇ ਕਾਹੇ ਜਾਗਾਏ ਰਾਮ ਰਾਜੇ। ਜਿਨ੍ਹਾਂ ਨੇ ਆਣ ਕੇ ਨਾਮ ਹੀ ਨਹੀਂ ਸੀ ਕਦੇ ਜਪਣਾ, ਉਹ ਲੈਣ ਕੀ ਆਏ ਸੰਸਾਰ ਤੇ। ਇਹੋ ਮਾਨਸ ਜਨਮ ਦੁਲੱਭ ਹੈ, ਨਾਮ ਬਿਨਾ ਬਿਰਥਾ ਸਭ ਜਾਏ। ਚੌਥੇ ਪਾਤਸ਼ਾਹ ਕਹਿੰਦੇ ਇੰਨਾ ਕੀਮਤੀ ਮਨੁੱਖਾ ਜਨਮ ਸੀ, ਪਰ ਕਦੇ ਨਾਮ ਨਹੀਂ ਜਪਿਆ, ਇਸ ਕਰਕੇ ਸਾਰਾ ਜਨਮ ਵਿਅਰਥ ਹੀ ਚਲੇ ਗਿਆ। ਕੀ ਲੈਣਾ ਹੈ ਕਹਿੰਦੇ ਉਹ ਦੁਨੀਆ ਤੇ, ਕੀ ਥੁੜਿਆ ਸੀ ਉਹਨਾਂ ਦੇ ਆਉਣ ਖਣੋ। ਜਿਨੀ ਐਸਾ ਹਰ ਨਾਮ ਨਾ ਚੇਤਿਓ ਸੇ ਕਾਹੇ ਜਾਗਾਏ ਰਾਮ ਰਾਜੇ। ਕਹਿੰਦੇ ਕੀ ਲੈਣਾ ਹੈ ਜਗ ਤੇ ਉਹ, ਜੇ ਕਦੇ ਵੀ ਪਰਮੇਸ਼ਰ ਦਾ ਨਾਮ ਨਹੀਂ ਸੀ ਆਪਣੇ ਮੁਖੋਂ ਲੈਣਾ ਤਾਂ। ਹੁਣ ਵੱਤੈ ਹਰ ਨਾਮ ਨਾ ਬੀਜਿਓ, ਅੱਗੇ ਭੁੱਖਾ ਗਿਆ ਖਾਏ। ਚੌਥੇ ਪਾਤਸ਼ਾਹ ਦੇ ਬਚਨ ਕਹਿੰਦੇ ਹੁਣ ਵੱਤਰ ਸੀ ਨਾਮ ਬੀਜਣ ਦਾ, ਜੇ ਬੀਜਿਆ ਨਹੀਂ ਤੇ ਅੱਗੇ ਖਾਣਾ ਕੀ। ਜਿਹਨੇ ਬੀਜਿਆ ਹੀ ਨਹੀਂ ਉਹਨੇ ਖਾਣਾ ਕੀ ਹੈ ਜੀ? ਉਹਦੇ ਕਿੱਥੋਂ ਬੋਲ ਲੱਗ ਜਾਣੇ? ਬੀਜੇਗਾ ਤੇ ਖਾਵੇਗਾ ਨਾ। ਕਹਿੰਦੇ ਹੁਣ ਤਾਂ ਨਾਮ ਬੀਜਣ ਦਾ ਵੱਤਰ ਸੀ, ਬੀਜਿਆ ਨਹੀਂ, ਦੱਸੋ ਇਹਨੇ ਖਾਣਾ ਅੱਗੇ ਕੀ ਹੈ? ਤਾਂ ਹੀ ਮਹਾਰਾਜ ਬਚਨ ਅਬ ਕਲੂ ਆਇਓ ਰੇ ਇੱਕ ਨਾਮ ਬੋਵੋ ਬੋਵੋ, ਅਬ ਰੂਤ ਨਾਹੀ ਨਾਹੀ ਮਤ ਭਰਮ ਭੂਲੋ ਭੂਲੋ। ਕਹਿੰਦੇ ਹੁਣ ਕਲਯੁਗ ਦਾ ਸਮਾਂ ਤੇ ਨਾਮ ਬੀਜਣ ਦਾ ਵੱਤਰ ਜੇ ਗੁਰਮੁਖੋ, ਇਹ ਰੁੱਤ ਹੈ ਨਾਮ ਬੀਜਣ ਦੀ। ਅਬ ਕਲੂ ਆਇਓ ਰੇ ਇੱਕ ਨਾਮ ਬੋਵੋ ਬੋਵੋ। ਹੁਣ ਕਹਿੰਦੇ ਕਲਯੁਗ ਦਾ ਸਮਾਂ ਆਇਆ, ਜ਼ਰੂਰ ਨਾਮ ਬੀਜੋ ਭਾਈ। ਕੋਈ 2 ਮਿੰਟ 4 ਮਿੰਟ 10 ਮਿੰਟ 15, ਜਿੰਨਾ ਕੋਈ ਸਮਰੱਥਾ ਹੈਗੀ, ਜ਼ਰੂਰ ਸਵੇਰੇ ਉੱਠ ਕੇ ਵਾਹਿਗੁਰੂ ਵਾਹਿਗੁਰੂ ਕਰਨਾ ਚਾਹੀਦਾ। ਕੁਝ ਬੀਜਾਂਗੇ ਤੇ ਖਾਵਾਂਗੇ ਗੁਰਮੁਖੋ, ਬੀਜਿਆ ਨਹੀਂ ਤੇ ਖਾਣਾ ਕੀ ਫਿਰ? ਹੁਣ ਵੱਤੈ ਹਰ ਨਾਮ ਨਾ ਬੀਜਿਓ, ਅੱਗੇ ਭੁੱਖਾ ਕਿਆ ਖਾਏ, ਮਨ ਮੁਖਾਂ ਨੂੰ ਫਿਰ ਜਨਮ ਹੈ ਹਰ ਨਾਨਕ। ਉਹ ਕਹਿੰਦੇ ਇਹ ਅਕਾਲ ਪੁਰਖ ਵਾਹਿਗੁਰੂ ਨੂੰ ਫਿਰ ਭਾਉਂਦਾ ਕੀ ਕਰ ਸਕਦੇ ਵੀ? ਜੇ ਲੈਣਾ ਨਹੀਂ ਸੀ ਪਰਮੇਸ਼ਰ ਦਾ ਨਾਮ, ਆਏ ਕੀ ਲੈਣ ਉਹ? ਫਿਰ ਮਨਮੁਖ ਅੰਧ ਨਾ ਚੇਤੇ ਕੀਤਾ ਆਇਆ ਸੰਸਾਰ। ਕਹਿੰਦੇ ਜੇ ਇਹਨੂੰ ਅਗਿਆਨੀ ਨੇ ਕਦੀ ਚੇਤੇ ਨਹੀਂ ਸੀ ਕਰਨਾ ਪ੍ਰਮਾਤਮਾ ਨੂੰ, ਇਹ ਸੰਸਾਰ ਤੇ ਕੀ ਲੈਣ ਆਇਆ ਫਿਰ? ਕਿਉਂਕਿ ਸੰਸਾਰ ਤੇ ਆਉਣ ਦਾ ਤਾਂ ਮਤਲਬ ਹੀ ਇਹ ਸੀ, ਮਨੋਰਥ ਹੀ ਇਹ ਸੀ ਪਰਮਾਤਮਾ ਨੂੰ ਚੇਤੇ ਕਰਨਾ। ਨਾਨਕ ਜਨ ਕੋ ਨਜ਼ਰ ਕਰੇ ਸੇ ਗੁਰਮੁਖ ਲੰਘੇ ਪਾਰ। ਕਹਿੰਦੇ ਜਿਨ੍ਹਾਂ ਉੱਤੇ ਮਹਾਰਾਜ ਮਿਹਰ ਦੀ ਨਜ਼ਰ ਕਰ ਦੇਣ, ਉਹ ਗੁਰਮੁਖ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦੇ। ਮਹਾਰਾਜ ਮਿਹਰ ਦੀ ਨਜ਼ਰ ਕਰਨ ਤਾਂ ਸੰਸਾਰ ਸਮੁੰਦਰ ਤੋਂ ਪਾਰ ਉਤਾਰਾ ਹੋ ਜਾਂਦਾ। ਬਸ ਉਹ ਮਿਹਰ ਦੀ ਨਜ਼ਰ ਦੀ ਨਿਸ਼ਾਨੀ ਹੈ। ਉਹ ਫਿਰ ਸਾਧ ਸੰਗਤ ਜੀ ਨਾਮ ਜਪਦੇ ਆ। ਹੁਣ ਤੇ ਜਿਹੜਾ ਜ਼ਮਾਨਾ ਚੱਲਦਾ ਪਿਆ, ਲੋਕ ਨਾਮ ਜਪਣ ਵਾਲਿਆਂ ਨੂੰ ਕਮਲੇ ਕਹਿੰਦੇ। ਖੈਰ ਕਹਿੰਦੇ ਤੇ ਪਹਿਲਾਂ ਵੀ ਸੀ, ਕਬੀਰ ਸਾਹਿਬ ਕਹਿੰਦੇ ਮੈਂ ਬੌਰੀ ਮੇਰਾ ਰਾਮ ਪਤਾਰ। ਉਵੇਂ ਤਾਂ ਲੋਕ ਭਗਤਾਂ ਨੂੰ ਪਹਿਲਾਂ ਵੀ ਕਮਲੇ ਹੀ ਕਹਿੰਦੇ ਸੀ। ਇਸੇ ਲਈ ਮਹਾਰਾਜ ਨੇ ਕਿਹਾ ਭਗਤਾਂ ਤਾਂ ਐਸਾ ਸਾਰੀਆਂ ਜੋੜ ਕਦੇ ਨਾ ਆਇਆ। ਕਹਿੰਦੇ ਸੰਸਾਰੀ ਬੰਦੇ ਦੀ ਬਿਰਤੀ ਹੋਰ ਹੁੰਦੀ, ਭਗਤ ਦੀ ਹੋਰ ਹੁੰਦੀ। ਲੋਕ ਭਗਤਾਂ ਨੂੰ ਕਮਲੇ ਕਹਿੰਦੇ, ਕਹਿੰਦੇ ਇਹ ਕਿਹੜੇ ਕੰਮ 'ਚ ਪਏ। ਇਸੇ ਲਈ ਉਹਨਾਂ ਜੋੜ ਮੇਲਾ ਨਹੀਂ ਬਣਦਾ। ਪਰ ਹੁਣ ਤਾਂ ਜ਼ਿਆਦਾ ਖੁਸ਼ਕੀ ਨਾ,
ਹੁਣ ਤਾਂ ਉਲਟੇ ਪ੍ਰਮਾਣ ਦਿੰਦੇ ਲੋਕ, ਨਾਮ ਦੇ ਵਿਰੁੱਧ, ਅੰਮ੍ਰਿਤ ਵੇਲੇ ਦੇ ਖਿਲਾਫ, ਬਾਣੀ ਪੜ੍ਹਨ ਦੇ, ਮੱਥਾ ਟੇਕਣ ਦੇ, ਪ੍ਰਕਰਮਾ ਕਰਨ ਦੇ ਬੜੇ ਉਲਟੇ ਪ੍ਰਮਾਣ ਦਿੰਦੇ। ਕੋਈ ਆਖੀ ਜਾਂਦਾ ਭਈ ਉਹ ਦਰਬਾਰ ਸਾਹਿਬ ਦੀ ਕੀ ਮਹਾਨਤਾ, ਕਿਸੇ ਦਾ ਜ਼ੋਰ ਲੱਗਾ ਸਰੋਵਰ 'ਚ ਇਸ਼ਨਾਨ ਨਹੀਂ ਕਰਨਾ ਚਾਹੀਦਾ। ਹਾਲਾਂਕਿ ਭਾਈ ਸੁੱਖਾ ਸਿੰਘ ਦੱਸ ਕੇ ਇਸ਼ਨਾਨ ਕਰਨ ਗਿਆ ਸੀ, ਜਦੋਂ ਮੁਗਲਾਂ ਨੇ ਘੇਰਾ ਪਾ ਲਿਆ ਸੀ ਨਾ, ਕਹਿੰਦੇ ਕਿਸੇ ਸਿੱਖ ਨੂੰ ਇਸ਼ਨਾਨ ਨਹੀਂ ਕਰਨ ਦੇਣਾ, ਕੋਈ ਸਿੱਖ ਦਰਸ਼ਨ ਨਹੀਂ ਕਰ ਸਕਦਾ ਹਰਿਮੰਦਰ ਸਾਹਿਬ ਦੇ। ਭਾਈ ਸੁੱਖਾ ਸਿੰਘ, ਮਤਾਬ ਸਿੰਘ ਜਿਨ੍ਹਾਂ ਨੇ ਮੱਸੇ ਰੰਗੜ ਦਾ ਸਿਰ ਲਾਇਆ ਸੀ, ਉਸ ਭਾਈ ਸੁੱਖਾ ਸਿੰਘ ਨੇ ਚੈਲੰਜ ਕੀਤਾ ਸੀ ਵੀ ਸਿੱਖ ਨੂੰ ਤੁਸੀਂ ਹਰਿਮੰਦਰ ਸਾਹਿਬ ਦੇ ਦਰਸ਼ਨ ਤੇ ਇਸ਼ਨਾਨ ਤੋਂ ਰੋਕ ਨਹੀਂ ਸਕਦੇ, ਜਿੰਨਾ ਮਰਜ਼ੀ ਕਰੜਾ ਪੈਰਾ ਕਰ ਲਓ, ਮੈਂ ਕੱਲ ਨੂੰ ਆਵਾਂਗਾ ਔਰ ਦੱਸ ਕੇ ਤੁਹਾਨੂੰ ਚੱਲਿਆ ਵੀ ਮੈਂ ਇਸ਼ਨਾਨ ਕਰਕੇ ਜਾਵਾਂਗਾ। ਤੇ ਨੇਰੀ ਦੀ ਤਰ੍ਹਾਂ ਆਇਆ ਉਹ ਘੋੜਾ ਲੈ ਕੇ, 12 ਬੰਦੇ ਉਹਨੇ ਵੱਡੇ ਮੁਗਲ, ਕੱਪੜਿਆਂ ਸਣੇ ਸਰੋਵਰ 'ਚ ਛਾਲ ਮਾਰੀ ਤੇ ਘੋੜੇ ਤੇ ਚੜ ਕੇ ਫਿਰ ਆਓ ਗਿਆ। ਉਹ ਕਹਿੰਦੇ ਤੁਸੀਂ ਰੋਕ ਸਕਦੇ ਸਿੱਖ ਨੂੰ, ਪਰ ਅੱਜ ਕੱਲ੍ਹ ਤੇ ਜ਼ੋਰ ਲੱਗਾ ਵੀ ਸਰੋਵਰ 'ਚ ਇਸ਼ਨਾਨ ਦਾ ਕੋਈ ਮਤਲਬ ਹੀ ਨਹੀਂ ਜੀ, ਇਹ ਹਰਿਮੰਦਰ ਸਾਹਿਬ ਮੱਥਾ ਟੇਕਿਆ ਕੀ ਹੋ ਜੂ, ਇਹ ਦੁੱਖ ਭੰਜਣੀ ਬੇਰੀ ਕਾਹਦੇ ਵਾਸਤੇ ਆ। ਉਹਨਾਂ ਦਾ ਜ਼ੋਰ ਲੱਗਾ ਵੀ ਇਹ ਵਾਢੀ ਦੇਣੀ ਚਾਹੀਦੀ, ਇੰਨੀ ਖੁਸ਼ਕੀ ਚੱਲਦੀ ਪਈ। ਇੰਨੇ ਪਵਿੱਤਰ ਸਥਾਨ ਦੇ ਦਰਸ਼ਨ ਵੀ, ਹਾਲਾਂਕਿ ਰੋਜ਼ ਆਪਾਂ ਅਰਦਾਸ 'ਚ ਕਹਿੰਦੇ ਆ ਵੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ, ਰੋਜ਼ ਅਰਦਾਸ 'ਚ ਸਿੱਖ ਮੰਗਦਾ ਮਹਾਰਾਜ ਉਸ ਪਵਿੱਤਰ ਸਥਾਨ ਦੇ ਸਾਨੂੰ ਦਰਸ਼ਨ ਇਸ਼ਨਾਨ ਦਾ ਸੁਭਾਗ ਬਖਸ਼ੋ। ਪਰ ਕਿਉਂਕਿ ਜ਼ਮਾਨਾ ਇਦਾਂ ਦਾ ਖੁਸ਼ਕ ਆ ਗਿਆ, ਹੁਣ ਨਾਮ ਦੀ ਗੱਲ ਕਰੋ, ਲੋਕ ਕਹਿੰਦੇ ਇਹ ਤੇ ਵਿਚਾਰੇ ਫੰਡਾਮੈਂਟਲ 50 ਸਾਲ ਪਿੱਛੇ ਜੀਣ ਦੇ ਵਿਚਾਰੇ, ਜ਼ਮਾਨਾ ਕਿੱਥੇ ਦਾ ਕਿੱਥੇ ਚਲੇ ਗਿਆ। ਇੰਨੀ ਮੋਡਰੇਟ ਦੁਨੀਆ ਹੋਈ ਤੇ ਇਹ ਵਿਚਾਰੇ ਅਜੇ ਵੀ ਉਹੀ ਗੱਲਾਂ ਕਰੀ ਜਾਂਦੇ। ਨਾਨਕ ਜਨ ਕੋ ਨਦਰ ਕਰੇ ਸੇ ਗੁਰਮੁਖ ਲੰਘੇ ਪਾਰ, ਕਹਿੰਦੇ ਮਹਾਰਾਜ ਜਿਨ੍ਹਾਂ ਤੇ ਮਿਹਰ ਦੀ ਨਜ਼ਰ ਕਰਨ ਗੁਰਮੁਖ ਹੋ, ਉਹ ਸਤਨਾਮ ਵਾਹਿਗੁਰੂ ਕਹਿ ਸਕਦੇ, ਬਾਕੀਆਂ ਦੇ ਭਾਗਾਂ 'ਚ ਨਹੀਂ ਹੁੰਦਾ। ਮਹੱਲਾ ਤੀਜਾ। ਇੱਕੋ ਸਤਿਗੁਰ ਜਾਗਤਾ, ਹੋਰ ਜਗ ਸੂਤਾ ਮੋਹ ਪਿਆਸ, ਕਹਿੰਦੇ ਇੱਕ ਸਤਿਗੁਰੂ ਜਾਗਰਤ ਅਵਸਥਾ 'ਚ ਰਹਿੰਦੇ ਨੇ ਹਰ ਵੇਲੇ, ਬਾਕੀ ਜਗਤ ਮੋਹ ਦੀ ਨੀਂਦ ਵਿੱਚ ਸੁੱਤਾ ਹੁੰਦਾ। ਸਰੀਰ ਰੋਜ਼ ਜਾਗਦਾ ਤੇ ਰੋਜ਼ ਸੌਂਦਾ, ਇਹ ਸਾਰਿਆਂ ਦਾ ਹੀ ਹੈ, ਪਰ ਮਨ ਕਿਸੇ ਗੁਰਮੁਖ ਦਾ ਜਾਗਦਾ ਹੁੰਦਾ, ਮਨ ਕਰਕੇ ਬਹੁਤੇ ਸੁੱਤੇ ਹੀ ਨੇ। ਮਹਾਰਾਜ ਨੇ ਆਖਿਆ ਮਾਈ ਸੋਇਆ ਮਨ ਜਗਾਏ, ਕਹਿੰਦੇ ਉਹ ਗੁਰਮੁਖੋ ਆਪਣੇ ਸੁੱਤੇ ਪਏ ਮਨ ਨੂੰ ਜਗਾਓ, ਸਰੀਰ ਤਾਂ ਜਾਗ ਹੀ ਪੈਂਦਾ ਰੋਜ਼, ਸਰੀਰ ਤਾਂ ਰੋਜ਼ ਹੀ ਸੌਂਦਾ ਰੋਜ਼ ਹੀ ਜਾਗਦਾ, ਕੋ ਮਨ ਵੀ ਜਗਾਓ। ਇੱਕੋ ਸਤਿਗੁਰ ਜਾਗਤਾ, ਕਹਿੰਦੇ ਸਦਾ ਜਿਨ੍ਹਾਂ ਦਾ ਮਨ ਜਾਗਰਤ ਅਵਸਥਾ 'ਚ ਰਹਿੰਦਾ ਉਹ ਗੁਰੂ ਸਾਹਿਬ ਨੇ। ਹੋਰ ਜਗ ਸੂਤਾ ਮੋਹ ਪਿਆਸ, ਕਹਿੰਦੇ ਮੋਹ ਦੀ ਪਿਆਸ ਵਿੱਚ, ਮੋਹ ਦੀ ਨੀਂਦ ਵਿੱਚ ਬਾਕੀ ਸਾਰਾ ਜਗਤ ਸੁੱਤਾ ਹੁੰਦਾ। ਸਤਿਗੁਰ ਸੇਵਨ ਜਾਗਨ ਸੇ, ਹਾਂ ਉਹ ਗੁਰਮੁਖ ਜਾਗ ਪੈਂਦੇ ਜਿਹੜੇ ਗੁਰੂ ਦੀ ਸੇਵਾ 'ਚ ਲੱਗ ਪੈਣ। ਗੁਰੂ ਸਾਹਿਬ ਜਾਗਦੇ ਨੇ ਤੇ ਉਹ ਗੁਰਮੁਖਾਂ ਦਾ ਮਨ ਜਾਗਰਤ ਅਵਸਥਾ 'ਚ ਆ ਜਾਂਦਾ ਜਿਹੜੇ ਮਹਾਰਾਜ ਜੀ ਦੀ ਸੇਵਾ ਕਰਨ ਲੱਗ ਪੈਣ। ਸਤਿਗੁਰ ਸੇਵਨ ਜਾਗਨ ਸੇ ਜੋ ਰੱਤੇ ਸਚ ਨਾਮ ਗੁਣਤਾਸ, ਕਹਿੰਦੇ ਜਿਨ੍ਹਾਂ ਦਾ ਮਨ ਮਹਾਰਾਜ ਜੀ ਦੇ ਸੱਚੇ ਨਾਮ ਰੰਗ ਵਿੱਚ ਰੰਗਿਆ ਹੁੰਦਾ, ਗੁਰਮੁਖੋ ਵੀ ਜਾਗਰਤ ਅਵਸਥਾ 'ਚ ਹੀ ਰਹਿੰਦੇ। ਸਰੀਰ ਉਹਨਾਂ ਦਾ ਭਾਵੇਂ ਸੁੱਤਾ ਹੋਵੇ ਪਰ ਮਨ ਜਾਗਦਾ ਹੁੰਦਾ। ਬਹੁਤਾਤ ਵਿੱਚ ਸਰੀਰ ਜਾਗਦਾ, ਮਨ ਸੁੱਤਾ ਹੀ ਹੁੰਦਾ, ਪਰ ਗੁਰਮੁਖਾਂ ਦਾ ਮਨ ਵੀ ਜਾਗ ਪੈਂਦਾ। ਜਾਗੋ ਜਾਗੋ ਸੂਤਿਓ ਚੱਲਿਆ ਵਣਜਾਰਾ, ਕਹਿੰਦੇ ਉਹ ਆਪਣੇ ਮਨ ਨੂੰ ਵੀ ਜਗਾਓ ਕੁਝ ਗੁਰਮੁਖੋ। ਮਨਮੁਖ ਅੰਧ ਨ ਚੇਤਨੀ, ਜਨਮ ਮਰ ਹੋਏ ਵਿਨਾਸ਼, ਪਰ ਕਹਿੰਦੇ ਮਨਮੁਖ, ਅੰਧ ਦਾ ਅਰਥ ਹੈ ਅਗਿਆਨੀ, ਅੰਨਾ। ਜਿਵੇਂ ਅੰਨੇ ਨੂੰ ਕੁਝ ਦਿਖਾਈ ਨਹੀਂ ਦਿੰਦਾ, ਅਗਿਆਨੀ ਨੂੰ ਵੀ ਸਾਧ ਸੰਗਤ ਜੀ ਚੰਗਾ ਮਾੜੇ ਦਾ ਫਰਕ ਪਤਾ ਨਹੀਂ ਲੱਗਦਾ ਹੁੰਦਾ, ਦਿਸਦਾ ਨਹੀਂ ਉਹਨੂੰ। ਕਹਿੰਦੇ ਉਸ ਮਨਮੁਖ ਨੇ ਵੀ ਪ੍ਰਮਾਤਮਾ ਨੂੰ ਚੇਤਿਆ ਨਹੀਂ, ਕਦੇ ਚੇਤੇ ਨਹੀਂ ਕੀਤਾ। ਮਨਮੁਖ ਅੰਧ ਨਾ ਚੇਤੇ, ਜਨਮ ਮਰ ਹੋਏ ਵਿਨਾਸ਼, ਕਹਿੰਦੇ ਇਸੇ ਕਰਕੇ ਸਾਰਾ ਕੀਮਤੀ ਜਨਮ ਗਵਾ ਕੇ ਮੌਤ, ਫਿਰ ਜਨਮ, ਫਿਰ ਜੂਨਾਂ 'ਚ ਤੁਰਿਆ ਫਿਰਦਾ। ਨਾਨਕ ਗੁਰਮੁਖ ਤਿਨੀ ਨਾਮ ਧਿਆਇਆ, ਜਿਨ ਕੋ ਧੁਰ ਪੂਰਬ ਲਿਖਿਆਸ, ਕਹਿੰਦੇ ਉਹਨਾਂ ਗੁਰਮੁਖਾਂ ਨੇ ਨਾਮ ਜਪਿਆ ਧੁਰੋਂ ਜਿਨ੍ਹਾਂ ਦਾ ਚੰਗਾ ਮੱਥੇ ਦਾ ਲੇਖ ਲਿਖਿਆ ਸੀ। ਬਸ ਮੱਥੇ ਦਾ ਲੇਖ ਚੰਗਾ ਕਰਨ ਵਾਸਤੇ ਹੀ ਆਪਾਂ ਮੱਥਾ ਲਾਈਦਾ ਧਰਤੀ ਤੇ। ਮੱਥਾ ਟੇਕਣ ਦਾ ਮਤਲਬ ਇਹ ਹੁੰਦਾ, ਮਹਾਰਾਜ ਮੇਰਾ ਮੱਥਾ ਸਿੱਧਾ ਕਰੋ। ਨਾਨਕ ਗੁਰਮੁਖ ਤਿਨੀ ਨਾਮ ਧਿਆਇਆ, ਜਿਨ ਕੋ
ਤੁਰ ਪੂਰਬ ਲਿਖਿਆਸ। ਪੂਰਬ ਦਾ ਅਰਥ ਹੁੰਦਾ ਪਹਿਲਾ। ਕੋਈ ਪੂਰਬ ਦਾ ਲੇਖ ਮੱਥੇ ਦਾ ਪਹਿਲਾ ਚੰਗਾ ਲਿਖਿਆ ਹੋਵੇ, ਉਹ ਫਿਰ ਨਾਮ ਵਾਲੇ ਪਾਸੇ ਮੁੜ ਆਉਂਦਾ ਗੁਰਮੁਖੋ। ਨਹੀਂ ਤੇ ਜਿਸ ਤਰ੍ਹਾਂ ਦੀ ਕਿਰਤ ਬਣੀ ਮੱਥੇ ਦੀ, ਉਦਾਂ ਦਾ ਹੀ ਬੰਦੇ ਦਾ ਸੁਭਾਅ ਹੁੰਦਾ। ਜਿੰਨਾ ਮਰਜ਼ੀ ਸਮਝਾ ਲਓ, ਫਰਕ ਹੀ ਨਹੀਂ ਪੈਣਾ ਹੁੰਦਾ ਕਈਆਂ ਨੂੰ, ਕਿਉਂਕਿ ਸੁਭਾਅ ਪਰਪੱਕ ਹੋ ਗਿਆ ਮੱਥੇ ਦੇ ਲੇਖ ਅਨੁਸਾਰ। ਭਗਤ ਤਰਲੋਚਨ ਜੀ ਨੇ ਆਖਿਆ ਨਾ, ਪੂਰਬ ਲੋਕ ਕ੍ਰਿਤ ਨਾਮ ਮਿਟੈਰੀ ਕਰ ਗਏ ਹਣ ਤਾਚੇ ਮੋਹ ਜਾਪੀਏ ਲੇ ਰਾਮ ਚ ਨਾਮ। ਉਹ ਕਹਿੰਦੇ ਪੂਰਬਲੀ ਕਿਰਤ ਮੇਰੀ ਸਿਆਣਪਨਾ ਚਲਾਕੀ ਨਾਲ ਮਿਟ ਨਹੀਂ ਸਕਦੀ ਮੱਥੇ ਦੀ, ਇਸ ਕਰਕੇ ਮੈਂ ਨਾਮ ਜਪਦਾ, ਇਹ ਮੇਰੀ ਮੱਥੇ ਦੀ ਰੇਖਾ ਸਿੱਧੀ ਹੋ ਜੇ। ਪੌੜੀ ਹਰ ਨਾਮ ਹਮਾਰਾ ਭੋਜਨ 36 ਪ੍ਰਕਾਰ। ਚੌਥੇ ਪਾਤਸ਼ਾਹ ਦਾ ਬਚਨ ਕਹਿੰਦੇ, ਪ੍ਰਮਾਤਮਾ ਦਾ ਨਾਮ ਦਾ ਜਿਹੜਾ ਭੋਜਨ ਅਸੀਂ ਛਕਦੇ ਗੁਰਮੁਖੋ, ਸਾਡੇ ਵਾਸਤੇ ਇਹ 36 ਪ੍ਰਕਾਰ ਦਾ ਭੋਜਨ ਹੈ। ਜੇ ਨਾਮ ਨਹੀਂ ਕਿਸੇ ਨੇ ਜਪਣਾ ਤਾਂ 36 ਪ੍ਰਕਾਰ ਦਾ ਖਾਧਾ ਹੋਇਆ ਭੋਜਨ ਵੀ ਉਹਦਾ ਸਾਧ ਸੰਗਤ ਜੀ ਵਿਅਰਥ ਹੀ ਹੈ। ਕਿਉਂਕਿ ਗੁਰੂ ਸਾਹਿਬ ਦਾ ਬਚਨ, ਉਹ ਕਹਿੰਦੇ ਨਾਮ ਬਿਨਾ ਜੋ ਪਹਿਰਾ ਖਾਏ, ਜੋ ਕੂਕਰ ਜੂਠਨ ਮਹਿ ਪਾਏ। ਕਹਿੰਦੇ ਰੱਬ ਦਾ ਨਾਮ ਲਏ ਤੋਂ ਬਿਨਾ ਜੇ ਬੁਰਕੀ ਮੂੰਹ ਚ ਪਾਉਂਦਾ ਨਾ ਬੰਦਾ, ਜਿੱਦਾਂ ਕੁੱਤਾ ਜੂਠ ਚ ਮੂੰਹ ਮਾਰਦਾ, ਏਦਾਂ। ਇਹ ਗੁਰੂ ਸਾਹਿਬ ਦਾ ਬਚਨ ਹੈ। ਇਸੇ ਲਈ ਇੰਨੀ ਸੋਹਣੀ ਮਹਾਰਾਜ ਨੇ ਮਰਿਆਦਾ ਬਣਾਈ, ਜਦੋਂ ਪ੍ਰਸ਼ਾਦਾ ਛਕਣ ਲੱਗਦੇ ਪਹਿਲਾਂ ਮਹਾਰਾਜ ਦਾ ਨਾਮ ਲਓ ਗੁਰਮੁਖੋ, ਉਹ ਸਤਿਨਾਮ ਵਾਹਿਗੁਰੂ ਆਖੋ, ਫਿਰ ਬੁਰਕੀ ਤੋੜੋ, ਕੋਈ ਮੂਲ ਮੰਤਰ ਇੱਕ ਵਾਰੀ ਪੜ੍ਹ ਲਓ। ਉਵੇਂ ਤਾਂ ਮਹਾਰਾਜ ਦੀ ਮਰਿਆਦਾ ਤੇ ਆ ਵੀ ਸ਼ਲੋਕ ਪੜ੍ਹੀਦਾ ਪ੍ਰਸ਼ਾਦਾ ਛਕਣ ਤੋਂ ਪਹਿਲਾਂ। ਸ਼ਲੋਕ ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸੁਜਾਏ ਅਹਮੇਵ, ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ। ਇਹ ਸੁਖਣੀ ਸਾਹਿਬ ਦਾ ਸ਼ਲੋਕ ਹੈ। ਮਰਿਆਦਾ ਇਹ ਆ ਵੀ ਪ੍ਰਸ਼ਾਦਾ ਛਕਣ ਤੋਂ ਪਹਿਲਾਂ ਸ਼ਲੋਕ ਇੱਕ ਵਾਰੀ ਪੜ੍ਹ ਲਓ, ਫਿਰ ਛਕੋ ਗੱਫਾ। ਪਰ ਮਹਾਰਾਜ ਕਹਿੰਦੇ ਨੇ, ਜਿਸ ਪ੍ਰਮਾਤਮਾ ਨੇ ਰਿਜ਼ਕ ਦਿੱਤਾ, ਪ੍ਰਸ਼ਾਦਾ ਦਿੱਤਾ, ਜੇ ਉਹਦਾ ਨਾਮ ਲਏ ਤੋਂ ਬਿਨਾਂ ਮੂੰਹ ਚ ਪਾਉਂਦਾ ਨਾ, ਫਿਰ ਏਦਾਂ ਜਿੱਦਾਂ ਕੁੱਤਾ ਜੂਠ ਚ ਮੂੰਹ ਮਾਰ ਰਿਹਾ। ਨਾਮ ਬਿਨਾ ਜੋ ਪਹਿਰਾ ਖਾਏ, ਨਾਮ ਉਹਦਾ ਨਾਮ ਲਏ ਤੋਂ ਬਿਨਾ ਜੇ ਸੁੰਦਰ ਕੱਪੜੇ ਪਹਿਨਦਾ ਬੰਦਾ ਤਾਂ ਉਹਦਾ ਧੰਨਵਾਦ ਨਹੀਂ ਕਰਦਾ, ਤਾਂ ਸ਼ੁਕਰ ਕਰਨਾ ਚਾਹੀਦਾ ਗੁਰਮੁਖੋ। ਆਪਾਂ ਨੂੰ ਤਾਂ ਬਸਤਰ ਪਾਉਣ ਲਈ ਮਿਲਦੇ ਕਈ ਤਰ੍ਹਾਂ ਦੇ, ਕਈਆਂ ਦੀ ਸਾਰੀ ਜ਼ਿੰਦਗੀ ਬੋਰੀਆਂ 'ਚ ਹੀ ਨਿਕਲ ਜਾਂਦੀ ਵਿਚਾਰਿਆਂ ਦੀ, ਪੁਲ ਦੇ ਥੱਲੇ। ਇਸ ਲਈ ਕਹਿੰਦੇ ਪਹਿਨਣ ਲੱਗਿਆਂ, ਖਾਣ ਲੱਗਿਆਂ ਉਸ ਪ੍ਰਮਾਤਮਾ ਨੂੰ ਚੇਤੇ ਕਰੋ। ਹਰ ਨਾਮ ਹਮਾਰਾ ਭੋਜਨ 36 ਪ੍ਰਕਾਰ। ਕਹਿੰਦੇ 36 ਪ੍ਰਕਾਰ ਦੇ ਭੋਜਨ ਦਾ ਰਸ ਦਿੰਦਾ ਸਾਨੂੰ ਪ੍ਰਮਾਤਮਾ ਦਾ ਨਾਮ। ਜਿਤ ਖਾਇਆ ਹਮ ਕੋ ਤ੍ਰਿਪਤ ਪਈ। ਕਹਿੰਦੇ ਜਿਸ ਦੇ ਖਾਣ ਕਰਕੇ ਮਨ ਦੀ ਤ੍ਰਿਪਤੀ ਹੋ ਜਾਂਦੀ। ਹਰ ਨਾਮ ਹਮਾਰਾ ਪਹਿਨਣ। ਕਹਿੰਦੇ ਪਰਮੇਸ਼ਰ ਦਾ ਨਾਮ ਹੀ ਸਾਡਾ ਕੀਮਤੀ ਵਸਤਰਾਂ ਦਾ ਪਹਿਨਣਾ। ਭਾਵ ਪਹਿਨਣ ਤੋਂ ਪਹਿਲਾਂ ਵੀ ਅਸੀਂ ਪ੍ਰਮਾਤਮਾ ਦਾ ਨਾਮ ਲੈਂਦੇ ਹਾਂ, ਖਾਣ ਤੋਂ ਪਹਿਲਾਂ ਵੀ ਪਰਮੇਸ਼ਰ ਨੂੰ ਚੇਤੇ ਕਰਦੇ ਹਾਂ। ਬਸ ਉਹ ਚੇਤੇ ਕਰਕੇ ਖਾਧਾ, ਕਹਿੰਦੇ ਸਾਡੇ ਲਈ ਸਾਦਾ ਭੋਜਨ ਵੀ 36 ਪ੍ਰਕਾਰ ਦੇ ਪਦਾਰਥ ਹੀ ਬਣ ਜਾਂਦੇ। ਹਰ ਨਾਮ ਹਮਾਰਾ ਪਹਿਨਣ ਜਿਤ ਫਿਰ ਨੰਗੇ ਨਾ ਹੋਵੇ। ਕਹਿੰਦੇ ਇਹ ਤਾਂ ਮਹਾਰਾਜ ਦੇ ਨਾਮ ਕਰਕੇ ਗੁਰਮੁਖੋ ਬੰਦੇ ਦੀ ਪੱਤ ਰਹਿੰਦੀ ਹੈ। ਇਹ ਐਸੇ ਵਸਤਰ ਨੇ ਪਹਿਨੇ, ਫਿਰ ਨੰਗਾ ਨਹੀਂ ਹੁੰਦਾ ਬੰਦਾ। ਹਰ ਨਾਮ ਹਮਾਰਾ ਪਹਿਨਣ ਜਿਤ ਫਿਰ ਨੰਗੇ ਨਾ ਹੋਵੇ, ਹੋਰ ਪਹਿਨਣ ਕੀ ਹਮਾਰੀ ਸਰਦ ਗਈ। ਕਹਿੰਦੇ ਬਾਕੀ ਕੀਮਤੀ ਵਸਤਰਾਂ ਦੀ ਸ਼ਰਧਾ ਹੀ ਖਤਮ ਹੋ ਜਾਂਦੀ। ਫਿਰ ਇਹ ਮਹਾਰਾਜ ਬਚਨ ਕਹਿੰਦੇ ਭਗਤ ਜਨਾ ਕਾ ਲੂਗਰਾ ਓਡ ਨਗਨ ਨਾ ਹੋਈ। ਕਹਿੰਦੇ ਗੁਰਮੁਖੋ ਭਗਤਾਂ ਦਾ ਤੇ ਪਾਟਾ ਜਾਂ ਕੰਬਲ ਵੀ ਉੱਤੇ ਹੋਵੇ ਤੇ ਲੋਕ ਪਰਲੋਕ ਚ ਲੱਜ ਰੱਖ ਲੈਂਦਾ। ਭਗਤ ਜਨਾ ਕਾ ਲੂਗਰਾ, ਲੂਗਰਾ ਉਹਨਾਂ ਦੇ ਪਾਟੇ ਜੇ ਕੰਬਲ ਨੂੰ ਕਹਿੰਦੇ। ਤੇ ਕਹਿੰਦੇ ਮਨਮੁਖ ਦਾ ਰੇਸ਼ਮੀ ਵੀ ਸਰੋਪਾ ਹੋਵੇ ਨਾ ਜੀ, ਮਨਮੁਖ ਦਾ ਰੇਸ਼ਮੀ ਪਹਿਰਤ ਪਤ ਖੋਈ, ਉਹ ਪਹਿਨਣ ਨਾਲ ਨਹੀਂ ਫਰਕ ਪੈਣਾ। ਮਤਲਬ ਜੇ ਪ੍ਰਮਾਤਮਾ ਨੇ ਖਾਣ ਲਈ ਦਿੱਤਾ ਗੁਰਮੁਖੋ, ਪਹਿਨਣ ਲਈ ਦਿੱਤਾ, ਤੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਚੇਤੇ ਵੀ ਕਰੋ, ਉਹਦਾ ਨਾਮ ਲਓ। ਹਰ ਨਾਮ ਹਮਾਰਾ ਵਣਜ ਹਰ ਨਾਮ ਵਪਾਰ। ਕਹਿੰਦੇ ਗੁਰਮੁਖੋ ਪਰਮੇਸ਼ਰ ਦੇ ਨਾਮ ਦਾ ਹੀ ਅਸੀਂ ਵਣਜ ਕਰਦੇ ਹਾਂ, ਵਪਾਰ ਪਰਮੇਸ਼ਰ ਦੇ ਨਾਮ ਦਾ ਕਰਦੇ। ਕਬੀਰ ਸਾਹਿਬ ਕਹਿੰਦੇ ਨਾ, ਕਿਨਹੀ ਬਣਜਿਆ ਕਾਂਸੀ ਤਾਂਬਾ ਕਿਨਹੀ ਲੌਂਗ ਸੁਪਾਰੀ।
ਸੰਤੋ ਬਣ ਜਾ ਨਾਮ ਗੋਬਿੰਦ ਕਾ। ਕਹਿੰਦੇ ਸੰਤ ਦੀ ਨਿਸ਼ਾਨੀ ਉਹ ਪ੍ਰਮਾਤਮਾ ਦੇ ਨਾਮ ਦਾ ਵਪਾਰ ਕਰਦੇ। ਉਵੇਂ ਕੋਈ ਚਾਂਦੀ ਦਾ ਕਰਦਾ, ਕੋਈ ਕਾਂਸੀ ਦਾ ਕਰਦਾ, ਕੋਈ ਸੋਨੇ ਦਾ ਕਰਦਾ, ਕੋਈ ਲੌਂਗਾਂ ਦਾ ਕਰਦਾ, ਕੋਈ ਸੁਪਾਰੀਆਂ ਦਾ ਕਰਦਾ। ਹਰ ਨਾਮ ਹਮਾਰਾ ਵਣਜ ਹਰ ਨਾਮ ਵਪਾਰ ਹਰ ਨਾਮੇ ਕੀ ਹਮਕੋ ਸਤਿਗੁਰ ਕਾਰ ਕੁਨੀ ਦੇ। ਕਹਿੰਦੇ ਸਤਿਗੁਰੂ ਜੀ ਨੇ ਸਾਨੂੰ ਨਾਮ ਦੀ ਜ਼ਿੰਮੇਵਾਰੀ ਦੇ ਦਿੱਤੀ ਹੈ, ਖੁਦ ਮੁਖਤਿਆਰੀ ਦੇ ਦਿੱਤੀ ਹੈ। ਉਵੇਂ ਕਾਰ ਕੁਨੀ ਹੁੰਦੀ ਸਾਧ ਸੰਗਤ ਜੀ, ਉਹ ਥੈਲੀ ਜਿਸ ਵਿੱਚ 10,000 ਰੁਪਈਆ ਹੋਵੇ ਉਹਨੂੰ ਕੁਨੀ ਕਹਿੰਦੇ। ਪਾਵੋ ਉਹ ਰਕਮ ਉਹਨੂੰ ਦਿੱਤੀ ਜਾਂਦੀ ਜਿਹੜਾ ਜ਼ਿੰਮੇਵਾਰ ਬੰਦਾ ਹੋਵੇ। ਕਹਿੰਦੇ ਇਹ ਪ੍ਰਮਾਤਮਾ ਨੇ ਨਾਮ, ਗੁਰੂ ਸਾਹਿਬ ਨੇ ਸਾਨੂੰ ਨਾਮ ਦੇ ਦਿੱਤਾ। ਇਹ ਤੇ ਸਮਝ ਲਓ ਸਾਨੂੰ ਇੱਕ ਖੁਦ ਮੁਖਤਿਆਰੀ, ਇੱਕ ਜ਼ਿੰਮੇਵਾਰੀ ਦੇ ਦਿੱਤੀ ਵੱਡੀ। ਹਰ ਨਾਮੇ ਕਾ ਹਮ ਲੇਖਾ ਲਿਖਿਆ। ਕਹਿੰਦੇ ਐਸਾ ਪ੍ਰਮਾਤਮਾ ਦੇ ਨਾਮ ਦਾ ਲੇਖਾ ਹੁਣ ਅਸੀਂ ਲਿਖ ਲਿਆ ਆਪਣੇ ਮੱਥੇ ਤੇ। ਸਭ ਜਮ ਕੀ ਅਗਲੀ ਕਾਣ ਗਈ। ਕਹਿੰਦੇ ਹੁਣ ਜਮ ਸਾਨੂੰ ਕੁਝ ਨਹੀਂ ਕਹਿ ਸਕਦਾ। ਜਮ ਦੀ ਤੇ ਕਾਣ ਕਨਾਉਟੀ ਚੁਕਾਤੀ ਅਸੀਂ। ਹੁਣ ਸਾਨੂੰ ਜਮ ਦਾ ਫਿਕਰ ਨਹੀਂ ਰਹਿ ਗਿਆ ਕੋਈ। ਹਰ ਕਾ ਨਾਮ ਗੁਰਮੁਖ ਕਨੇ ਵਿਰਲੇ ਧਿਆਇਆ। ਪਰ ਕਹਿੰਦੇ ਹਰੀ ਦਾ ਨਾਮ ਗੁਰਮੁਖੋ ਕੋਈ ਵਿਰਲਾ ਵਿਰਲਾ ਹੀ ਜਪਦਾ ਹੁੰਦਾ, ਘੱਟ ਹੁੰਦੇ ਨੇ ਉਹ। ਹਰ ਕਾ ਨਾਮ ਗੁਰਮੁਖ ਕਨੇ ਵਿਰਲੇ ਧਿਆਇਆ ਜਿਨ ਕੋ ਧੁਰ ਕਰਮ ਪ੍ਰਾਪਤ ਲਿਖਤ ਪਈ। ਆ ਤੀਜੀ ਵਾਰੀ ਇੱਕੋ ਸ਼ਬਦ 'ਚ ਬਚਨ ਆ ਗਿਆ, ਧੁਰੋਂ ਜਿਨ੍ਹਾਂ ਦੇ ਮੱਥੇ ਦਾ ਚੰਗਾ ਲਿਖਤ, ਕੋਈ ਲੇਖ ਚੰਗਾ ਹੋਵੇ, ਉਹ ਨਾਮ ਜਪਦੇ ਗੁਰਮੁਖੋ। ਦੂਜੇ ਬੰਦੇ ਦਾ ਮਨ ਨਹੀਂ ਕਰਦਾ ਹੁੰਦਾ, ਜੀ ਨਾ ਕਰੇਗਾ। ਚੰਗਾ ਲੇਖ ਹੋਵੇ ਤੇ ਫਿਰ ਕੋਈ ਵਾਹਿਗੁਰੂ ਵਾਹਿਗੁਰੂ ਕਹਿ ਸਕਦਾ। ਇਹ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗਤ ਜੀ ਕਿਰਪਾ ਕੀਤੀ। ਇਹਦੇ ਤੋਂ ਅਗਲਾ ਸ਼ਬਦ ਫਿਰ ਆਪਾਂ ਕੱਲ ਸਵੇਰ ਨੂੰ ਵਿਚਾਰਾਂਗੇ। ਗੁਰੂ ਸਾਹਿਬ ਜੀ ਕਿਰਪਾ ਕਰਨ, ਸਾਡੇ ਮੱਥੇ ਦੀ ਰੇਖਾ ਸਿੱਧੀ ਕਰਨ। ਆਪਾਂ ਵੀ ਕੁਝ ਵਾਹਿਗੁਰੂ ਵਾਹਿਗੁਰੂ ਕਹਿ ਲਿਆ ਕਰੀਏ ਗੁਰਮੁਖੋ, ਭਾਈ ਸਾਡਾ ਭਲਾ ਹੋਵੇਗਾ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਲੇਖਾ ਕਤੇ ਹਨ ਛੂਟੀ ਅਖਨ ਖਨ ਭੂਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।